ਨਸ਼ਾ ਤਸਕਰਾਂ ਤੇ ਪੁਲਿਸ ਦੀ ਸਖਤੀ। ਫਿਲੌਰ ਦੇ ਗੰਨਾ ਪਿੰਡ 'ਚ ਕਈ ਘਰਾਂ ਤੇ ਕੀਤੀ ਰੇਡ। 11 ਲੋਕਾਂ ਤੋਂ ਨਸ਼ਾ ਤੇ ਡਰੱਗ ਮਨੀ ਬਰਾਮਦ। ਪੁਲਿਸ ਅਕੈਡਮੀ ਡਰੱਗ ਮਾਮਲੇ ਨਾਲ ਵੀ ਜੁੜੇ ਨੇ ਤਾਰ। ਨਸ਼ੇ ਦੇ 300 ਤੋਂ ਜ਼ਿਆਦਾ ਮਾਮਲਿਆਂ 'ਚ ਹੈ ਪਿੰਡ ਦੇ ਲੋਕਾਂ ਦਾ ਨਾਮ। ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਅੱਜ ਐਲਾਨ ਕਰ ਸਕਦੀ ਹੈ ਉਮੀਦਵਾਰ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਹੈ ਸੀਟ। ਡਰੱਗ ਕੇਸ 'ਚ ਮੁੱਖ ਮੁਲਜ਼ਮ ਜਗਦੀਸ਼ ਭੋਲਾ ਨੂੰ ਕੀਤਾ ਗਿਆ ਸ਼ਿਫਟ। ਪਟਿਆਲਾ ਤੋਂ ਭੇਜਿਆ ਗਿਆ ਗੁਰਦਾਸਪੁਰ ਜੇਲ੍ਹ। 2 ਦਿਨ ਪਹਿਲਾਂ ਜੇਲ੍ਹ ਅੰਦਰ ਭੋਲੇ ਤੋਂ ਬਰਾਮਦ ਹੋਇਆ ਸੀ ਮੋਬਾਈਲ। ਰਾਜ ਸਭਾ ਜਾਣਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਨੀ। ਆਮ ਆਦਮੀ ਪਾਰਟੀ ਨੇ ਚੁਣੇ ਉਮੀਦਵਾਰ। ਸੀਐਮ ਭਗਵੰਤ ਮਾਨ ਨੇ ਦਿੱਤੀਆਂ ਸ਼ੁਭਕਾਮਨਾਵਾਂ। ਸੀਚੇਵਾਲ ਤੇ ਸਾਨੀ ਨੂੰ ਰਾਜ ਸਭਾ ਮੈਂਬਰੀ ਲਈ ਚੁਣੇ ਜਾਣ ਤੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ। ਅਕਾਲੀ ਦਲ ਬੋਲਿਆ ਪਵਿੱਤਰ ਗਊਆਂ ਨੂੰ ਅੱਗੇ ਕਰਕੇ ਵਜ੍ਰਪਾਤ ਧੋਣ ਦੀ ਕੀਤੀ ਜਾ ਰਹੀ ਕੋਸ਼ਿਸ਼। ਰਾਜਾ ਵੜਿੰਗ ਵੀ ਬੋਲੇ ਸਿਆਸੀ ਤੌਰ ਤੇ ਚੁਣ ਕੇ ਆਮ ਆਦਮੀ ਪਾਰਟੀ ਨੇ ਘਟਾਇਆ ਸਮਾਜ ਸੇਵੀਆਂ ਦਾ ਦਾਇਰਾ। ਹਰਿਆਣਾ 'ਚ ਭਖਣ ਲੱਗਿਆ ਚੋਣ ਅਖਾੜਾ। ਕੁਰੂਕਸ਼ੇਤਰ 'ਚ ਕੇਜਰੀਵਾਲ ਦੀ ਮਹਾ ਰੈਲੀ ਤਾਂ ਸਿਰਸਾ 'ਚ ਮੁੱਖ ਮੰਤਰੀ ਮਨੋਹਰ ਲਾਲ ਭਰਨਗੇ ਵਰਕਰਾਂ 'ਚ ਜੋਸ਼। ਫਤਿਆਬਾਦ 'ਚ ਭੁਪਿੰਦਰ ਹੁੱਡਾ ਵੀ ਦਿਖਾਉਣਗੇ ਦਮ। ਹਰਿਆਣਾ 'ਚ ਇਕੱਲਿਆਂ ਹੀ ਲੋਕਲ ਚੋਣਾਂ ਲੜੇਗੀ ਬੀਜੇਪੀ। ਪ੍ਰਧਾਨ ਓਪੀ ਧਨਖੜ ਦਾ ਬਿਆਨ। ਕਿਹਾ ਗੱਠਜੋੜ ਨਾਲ ਚੋਣਾਂ ਨਹੀਂ ਲੜੇਗੀ ਬੀਜੇਪੀ। ਹਰਿਆਣਾ 'ਚ ਬੀਜੇਪੀ ਤੇ ਜੇਜੇਪੀ ਗੱਠਜੋੜ ਦੀ ਹੈ ਸਰਕਾਰ। ਮਾਨ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ। 100 ਤੋਂ ਵੱਧ ਹੋਰ ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ। ਹੁਣ ਤੱਕ ਸੇਵਾ ਕੇਂਦਰਾਂ 'ਚ 380 ਮਿਲਦੀਆਂ ਸੀ ਸੇਵਾਵਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਕੇਸਗੜ੍ਹ ਸਾਹਿਬ ਤੇ ਪਟਨਾ ਸਾਹਿਬ ਦੇ ਜਥੇਦਾਰ ਨੇ ਵੀ ਮੋੜੀ ਪੰਜਾਬ ਸਰਕਾਰ ਦੀ ਸਿਕਿਉਰਿਟੀ। ਜਥੇਦਾਰ ਬੋਲੇ ਸਰਕਾਰ ਦੀ ਸਿਕਿਉਰਿਟੀ ਦੀ ਨਹੀਂ ਸਾਨੂੰ ਲੋੜ। ਸੁਰੱਖਿਆ 'ਚ ਕਟੌਤੀ ਨੂੰ ਲੈ ਕੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦਾ ਫੁੱਟਿਆ ਗੁੱਸਾ। ਕਿਹਾ ਮੇਰੇ ਤੇ ਕਈ ਵਾਰ ਹੋ ਚੁੱਕੇ ਨੇ ਹਮਲੇ। ਜੇ ਮੇਰਾ ਹੋਇਆ ਕੋਈ ਨੁਕਸਾਨ ਤਾਂ ਸੀਐਮ ਹੋਣਗੇ ਜ਼ਿੰਮੇਵਾਰ। ਪੰਜਾਬ ਦੇ ਵਿਧਾਇਕਾਂ ਲਈ ਸਿਖਲਾਈ ਸੈਸ਼ਨ ਪਰਸੋਂ ਤੋਂ ਹੋਏਗਾ ਸ਼ੁਰੂ। 31 ਮਈ ਨੂੰ ਸੀਐਮ ਕਰਨਗੇ ਸਮਾਗਮ ਦਾ ਉਦਘਾਟਨ। ਕਈ ਮਹਿਮਾਨ ਵਿਧਾਇਕਾਂ ਨੂੰ ਦੇਣਗੇ ਲੈਕਚਰ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਤੋਂ। ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਨਜ਼ਰ ਹੁਣ ਉਮੀਦਵਾਰਾਂ ਤੇ ਟਿਕੀ ਹੈ ਕਿ ਉਮੀਦਵਾਰ ਕੌਣ ਹੋਏਗਾ। ਆਮ ਆਦਮੀ ਪਾਰਟੀ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਨਾਮ ਦਾ ਐਲਾਨ ਹੋ ਸਕਦਾ ਹੈ। ਕਿਹੜਾ ਚਿਹਰਾ ਹੋਏਗਾ ਇਸ ਦੀ ਚਰਚਾ ਹੋ ਰਹੀ ਹੈ। ਲੋਕ ਸਭਾ ਜ਼ਿਮਨੀ ਚੋਣ ਦੀ 23 ਜੂਨ ਨੂੰ VOTING ਹੋਣੀ ਹੈ। 26 ਜੂਨ ਨੂੰ ਨਤੀਜਿਆਂ ਦਾ ਐਲਾਨ ਹੋਏਗਾ। ਆਮ ਆਦਮੀ ਪਾਰਟੀ ਦਾ ਚਿਹਰਾ ਕੌਣ ਹੋਏਗਾ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਸੀਐਮ ਭਗਵੰਤ ਮਾਨ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ। ਸੀਐਮ ਭਗਵੰਤ ਮਾਨ ਦੇ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਹੁਣ ਇਸ ਸੀਟ ਦੇ ਉੱਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। 23 ਜੂਨ ਨੂੰ VOTING ਹੋਣੀ ਹੈ ਤੇ ਅੱਜ ਆਮ ਆਦਮੀ ਪਾਰਟੀ ਆਪਣਾ ਚਿਹਰਾ ਐਲਾਨ ਸਕਦੀ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਅੱਜ ਐਲਾਨ ਕਰ ਸਕਦੀ ਹੈ। ਉਮੀਦਵਾਰ ਕੌਣ ਹੋਏਗਾ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਪਿਛਲੇ ਦਿਨੀ ਭਗਵੰਤ ਮਾਨ ਮੁੱਖ ਮੰਤਰੀ ਦੀ ਭੈਣ ਦੇ ਪੋਸਟਰ ਵੀ ਲੱਗੇ ਸੀ ਕਿ ਸੰਗਰੂਰ ਦੀ ਅਗਲੀ MP ਸਾਡੀ ਭੈਣ ਹੋਏਗੀ। ਇਹ ਪੋਸਟਰ ਲੱਗੇ ਸੀ ਜੋ ਅਸੀਂ ਸਕਰੀਨ ਤੇ ਦਿਖਾ ਵੀ ਰਹੇ ਹਾਂ ਕਿ ਮਨਪ੍ਰੀਤ ਕੌਰ ਚਿਹਰਾ ਹੋਣਗੇ। ਭਗਵੰਤ ਮਾਨ ਦੇ ਭੈਣ ਕੀ ਚਿਹਰਾ ਹੋਣਗੇ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਦਾ ਅੱਜ ਐਲਾਨ ਹੋ ਸਕਦਾ ਹੈ। ਕਿਹੜਾ ਚਿਹਰਾ ਹੋਏਗਾ ਕਿ ਮਨਪ੍ਰੀਤ ਕੌਰ ਹੋਣਗੇ ਜਾਂ ਫਿਰ ਕੋਈ ਹੋਰ ਚਿਹਰਾ ਹੋਏਗਾ। 23 ਜੂਨ ਨੂੰ ਲੋਕ ਸਭਾ ਜ਼ਿਮਨੀ ਚੋਣ ਦੀ VOTING ਹੋਣੀ ਹੈ। 26 ਜੂਨ ਨੂੰ ਨਤੀਜਿਆਂ ਦਾ ਐਲਾਨ ਹੋਏਗਾ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਅੱਜ ਆਮ ਆਦਮੀ ਪਾਰਟੀ ਨਾਮ ਦਾ ਐਲਾਨ ਕਰ ਸਕਦੀ ਹੈ। ਕਿਹੜਾ ਕੈਂਡੀਡੇਟ ਹੋਏਗਾ ਚਿਹਰੇ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਤਾਂ ਅੱਜ ਐਲਾਨ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਚਿਹਰਾ ਕੌਣ ਹੋਏਗਾ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਸੰਗਰੂਰ ਤੋਂ ਭਗਵੰਤ ਮਾਨ 2 ਵਾਰ MP ਚੁਣੇ ਗਏ ਨੇ। ਫਿਰ ਹੁਣ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਲੋਕ ਸਭਾ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਤੇ ਇਸ ਸੀਟ ਦੇ ਉੱਤੇ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਅੱਜ
ਚਿਹਰਾ ਐਲਾਨ ਕਰ ਸਕਦੀ ਹੈ। ਕਿਹੜਾ ਚਿਹਰਾ ਹੋਏਗਾ, ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ ਲੱਗੇ ਸੀ। ਕੀ ਮਨਪ੍ਰੀਤ ਕੌਰ ਚਿਹਰਾ ਹੋਣਗੇ, ਇਸ ਦੇ ਉੱਤੇ ਨਜ਼ਰਾਂ ਟਿਕੀਆਂ ਨੇ ਸਭ ਦੀਆਂ, ਜਾਂ ਫਿਰ ਕੋਈ ਹੋਰ ਚਿਹਰਾ ਹੋਏਗਾ ਆਮ ਆਦਮੀ ਪਾਰਟੀ ਦਾ। ਤੇ ਸੰਗਰੂਰ ਜ਼ਿਮਨੀ ਚੋਣ ਦੇ ਵਿਚਾਲੇ ਬੀਜੇਪੀ ਗੱਠਜੋੜ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਵੀ ਆਇਆ। ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਬਿਆਨ ਆਇਆ ਹੈ, ਕਿਹਾ ਹੈ ਕਿ ਕੈਪਟਨ ਦੀ ਪਾਰਟੀ ਦਾ ਕੋਈ ਖਾਸ ਫਾਇਦਾ ਨਹੀਂ ਹੈ। ਪਟਿਆਲਾ ਦੇ ਵਿੱਚ ਵੀ ਕੈਪਟਨ ਦਾ ਵਜੂਦ ਖਤਮ ਹੋ ਗਿਆ ਹੈ। ਅੰਦੋਲਨ ਦੌਰਾਨ ਬੀਜੇਪੀ ਲੀਡਰਾਂ ਤੇ ਹੋਏ ਹਮਲਿਆਂ ਦੇ ਵਿੱਚ ਵੀ ਕੈਪਟਨ ਦਾ ਹੱਥ ਹੈ। ਇਹ ਹਰਜੀਤ ਗਰੇਵਾਲ ਦਾ ਬਿਆਨ ਆਇਆ ਹੈ, ਕਿਹਾ ਹੈ ਕਿ ਗੱਠਜੋੜ ਰਹੇਗਾ ਜਾਂ ਨਹੀਂ, ਫੈਸਲਾ ਹਾਈਕਮਾਨ ਦੇ ਹੱਥ ਹੈ। ਬੀਜੇਪੀ ਨੂੰ ਆਪਣੇ ਦਮ ਤੇ ਅੱਗੇ ਵਧਣਾ ਚਾਹੀਦਾ ਹੈ। ਸੰਗਰੂਰ ਤੋਂ ਢੀਂਡਸਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ। ਹਰਜੀਤ ਗਰੇਵਾਲ ਬੀਜੇਪੀ ਦੇ ਆਗੂ, ਉਹਨਾਂ ਦਾ ਇਹ ਬਿਆਨ ਆਇਆ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਿਤੇ ਨਾ ਕਿਤੇ ਜੋ ਵਿਚਾਰ ਨੇ ਉਹਨਾਂ ਦੇ ਵੱਲੋਂ ਰੱਖੇ ਗਏ ਨੇ। ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਕੋਈ ਖਾਸ ਫਾਇਦਾ नहीं है। चुनाव से पहले की बात करें, कहीं ना कहीं किसान आंदोलन हुआ और हुआ, तो कहीं ना कहीं आपकी पार्टी का जो वर्कर है दबी आवाज़ के अंदर यही कहता हुआ नजर आता है कि उसके लिए कैप्टन अमरिंदर जिम्मेवार थे। तो ਸੀਗੇ ਉਹਦੇ 'ਚ ਕੀ ਦਿੱਕਤ ਆ? ਜਿਹੜੀ ਗੱਲ ਦਬੀ ਆਵਾਜ਼ 'ਚ ਕਿਉਂ ਕਹੇ ਜੀ? ਜਿਹੜੀ ਗੱਲ ਹੈ ਉਹ ਉੱਚੀ ਆਵਾਜ਼ 'ਚ ਕਹਿਣੀ ਚਾਹੀਦੀ ਹੈ। ਦਬੀ ਆਵਾਜ਼ 'ਚ ਤਾਂ ਜਿਹੜੇ ਕਾਇਰ ਨੇ ਉਹ ਕਹਿੰਦੇ ਹੁੰਦੇ ਆ, ਨਾ ਉਹ ਕਿਸੇ ਪਾਰਟੀ ਦੇ ਕੰਮ ਆ ਸਕਦੇ ਆ, ਨਾ ਕਿਸੇ ਪਰਿਵਾਰ ਦੇ ਆ ਸਕਦੇ ਆ, ਨਾ ਉਹ ਦੇਸ਼ ਦੇ ਆ ਸਕਦੇ ਆ। ਅਣਖ ਤੇ ਗੈਰਤ ਵਾਲੇ ਲੋਕ ਹੀ ਕੰਮ ਆਉਂਦੇ ਆ, ਪਾਰਟੀਆਂ ਦੇ ਵੀ। ਠੀਕ ਹੈ, ਇਸ ਕਰਕੇ ਉਹ ਤਾਂ ਮੇਰੀ ਫਸਲ ਉਹਨਾਂ ਨੇ ਖੁੜਵਾਈ, ਬਹੁਤ ਵਰਕਰਾਂ ਤੇ ਹਮਲੇ ਕੀਤੇ, ਬਾਈ ਨੇਮ ਪਰਚੇ ਨਹੀਂ ਹੋਏ। ਇੱਥੇ ਰਾਜਪੁਰੇ ਸਾਡੇ ਵਰਕਰ ਸਾਰੀ ਰਾਤ ਬੰਦ ਰਹੇ। ਅਗਰ ਸਾਡੀ ਸੈਂਟਰਲ ਲੀਡਰਸ਼ਿਪ ਸਟੈਂਡ ਨਾ ਲੈਂਦੀ ਤਾਂ ਉਦੋਂ ਸ਼ਾਇਦ ਉਹ ਮਾਰੇ ਵੀ ਜਾ ਸਕਦੇ ਸੀ। ਇਸ ਤਰ੍ਹਾਂ ਬਹੁਤ ਕੁਝ ਹੋਇਆ ਸਾਡੇ ਨਾਲ। ਸਾਡੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਤੇ ਬੜੇ ਹਮਲੇ ਹੋਏ। ਤੀਕਸ਼ਣ ਸੂਦ ਦੇ ਘਰ ਤੇ ਹਮਲਾ ਹੋ ਗਿਆ, ਗੋਬਰ ਸੁੱਟਿਆ ਹੈ ਟਰਾਲੀ, और बहुत जगह होया। आने वाले समय के अंदर अगर गठबंधन को लेकर के, क्योंकि आप भी पार्टी के सीनियर नेता हैं, आपसे अगर राय ली जाती है तो कहीं ना कहीं आप पक्ष में नहीं है? राय लैणगे तद ही है ना, किन्नी राय लेंदे आ की लेंदे आ वो गल अलग आ। पुराणा दी सोच की आ, वो क्यों ये कर रहे आ, वो उसनों भी तो देखना पैंदा ना। असीं तां अनुशासन च रहण वाली पार्टी हैं ते जदों तक फैसला नहीं कोई हुंदा उदों तक तां असीं विरोध करदे आ। उस तो बाद असीं फैसलिਆਂ ਦੇ ਨਾਲ ਚੱਲ ਪੈਂਦੇ ਆ। ਸਾਡੇ फैसले ਸਮੂਹਿਕ ਹੁੰਦੇ ਆ, कोई एक व्यक्ति नहीं ਲੈਂਦਾ। इसे करके भारतीय जनता पार्टी च कदे बगावत नहीं हुंदी, कदी नहीं हुंदी। लेकिन पर्सनल हरजीत ग्रेवाल क्या सोचते हैं कि अमरिंदर सिंह के साथ जाने से, उन पार्टियों के साथ जाने से फ़ायदा होगा बीजेपी को आगामी या नुकसान होगा? देखो, ढींडसा जी नाल जाण च संगरूर च फायदा होएगा ते इन्हां नाल पटियाले जाण च फायदा हो सकदा, पर पूरे पंजाब च कोई किसी दा आधार नहीं है, उहदा कोई लाभ नहीं होना। तो वो असी अपना आधार बढ़ाउणा तो सानूं कल्ले ही जाना पऊगा। तो वो हुण देखना हैगा सारिਆਂ ਦੀ, बाकियां दी सहमति किस गल ते वो पता लगेगा। तो मेरा मत अलग हैगा, क्योंकि मैं अलग तरह की ज़मीन ते घूमदा, अलग तरह के लोगों च विचरदा ते जगह जगह जाना, और बहुत ज़्यादा घूमना हैगा मेरा। तो सानूं आम पब्लिक का भी पता रहिंदा कोई वो की सोचती है, तो साडा आधार किस तरह बदलना वो भी पता रहिंदा। ठीक है ना गल। उधर आम आदमी पार्टी ने खाली हुई 2 राज सभा सीटां दे लई उम्मीदवारां दा ऐलान कर दिता है। वातावरण प्रेमी संत बलबीर सिंह सीचेवाल ते विक्रमजीत सिंह सानी नूं उम्मीदवार बनाया गया है। आम आदमी पार्टी ने खाली हुई 2 राज सभा सीटां दे लई उम्मीदवारां दा ऐलान कर दिता है। आम आदमी पार्टी ने पहला 5 सीटां ते जो मैंबरां नूं भेजिया सी उन्हां दा विरोध होया सी, पर इस बार ਜਿਹੜੇ ਰਹਿੰਦੀਆਂ 2 ਸੀਟਾਂ ਤੇ ਐਲਾਨ ਕੀਤਾ ਹੈ ਉਸ ਦੇ ਨਾਲ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਸ਼ਾਇਦ ਹੀ ਮਿਲੇ, ਕਿਉਂਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਨੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੋਵਾਂ ਨੂੰ ਪਦਮ ਸ਼੍ਰੀ ਸਨਮਾਨ ਦੇ ਨਾਲ ਨਵਾਜ਼ਿਆ ਜਾ ਚੁੱਕਿਆ ਹੈ ਤੇ ਦੇਸ਼ ਤੇ ਵਿਦੇਸ਼ਾਂ 'ਚ ਆਪਣੇ ਕੰਮਾਂ ਦੇ ਕਰਕੇ ਲੋਕਾਂ ਦੇ ਦਿਲਾਂ ਵਿੱਚ ਦੋਵੇਂ ਵੱਖਰੀ ਪਛਾਣ ਬਣਾ ਚੁੱਕੇ ਨੇ। ਸੰਤ ਸੀਚੇਵਾਲ ਨੇ ਲੋਕਾਂ ਦੇ ਦਿਲਾਂ ਵਿੱਚ ਕਿਉਂ ਤੇ ਕਿਵੇਂ ਬਣਾਈ ਇਹ ਪਛਾਣ, ਇਹ ਵੀ ਦੱਸਦੇ ਹਾਂ। ਸੰਤ ਬਲਬੀਰ ਸਿੰਘ ਸੀਚੇਵਾਲ ਨਦੀਆਂ ਦੇ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਲਗਾਤਾਰ ਯਤਨ ਕਰਦੇ ਰਹੇ ਨੇ। ਈਕੋ ਬਾਬਾ ਦੇ ਨਾਂ ਦੇ ਨਾਲ ਵੀ ਉਹ ਮਸ਼ਹੂਰ ਨੇ। ਸੁਲਤਾਨਪੁਰ ਲੋਧੀ ਵਿੱਚ 160 ਕਿਲੋਮੀਟਰ ਲੰਬੀ ਕਾਲੀ ਵੇਈ ਨਦੀ ਦੀ ਉਹਨਾਂ ਨੇ ਸਫਾਈ ਕੀਤੀ। 2007 ਦੇ ਵਿੱਚ ਇਕੱਲੇ ਸ਼ੁਰੂ ਕੀਤੀ ਸੀਗੀ ਇਹ ਵੇਈ ਦੀ ਸਫਾਈ।
ਤੇ ਜਲੰਧਰ ਦੇ ਪਿੰਡ ਸੀਚੇਵਾਲ ਦੇ ਵਿੱਚ ਜੰਮੇ 2017 ਦੇ ਵਿੱਚ ਵਾਤਾਵਰਣ ਦੇ ਲਈ ਅਹਿਮ ਯੋਗਦਾਨ ਦੇ ਨਾਲ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜ਼ੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ। ਸਾਰੀਆਂ ਅਸੀਂ ਸੰਗਤਾਂ ਨਾਲ ਤੇ ਜਿਹੜੇ ਸਾਡੇ ਵਿਸ਼ਵਾਸ ਪਾਤਰ ਆ ਜਿਨ੍ਹਾਂ ਕੋਲ ਜਿਹੜੇ ਹਮੇਸ਼ਾ ਜਿਹੜੀ ਹੈ ਉਹ ਉਹਨਾਂ ਨਾਲ ਗੱਲ ਕਰਦੇ ਰਹਿੰਦੇ, ਉਹਨਾਂ ਸਾਰਿਆਂ ਨੇ ਜਿਹਦੇ ਨਾਲ ਵੀ ਗੱਲ ਕੀਤੀ ਸਾਡੇ ਕੋਲ ਇੱਕ ਬੰਦੇ ਨੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਨਾ ਜਾਓ। ਤੇ ਕਹਿੰਦੇ ਬਾਬਾ ਜੀ ਤੁਹਾਨੂੰ ਜਾਣਾ ਚਾਹੀਦਾ, ਜਿਹੜੀਆਂ ਗੱਲਾਂ ਤੁਸੀਂ ਇੱਥੇ ਬਾਹਰ ਬੈਠ ਕੇ ਗੱਲਾਂ ਕਰਦੇ ਆ ਤੁਸੀਂ ਉੱਥੇ ਅੰਦਰ ਕਰੋਗੇ ਤੇ ਉਹ ਜਿਹੜੀ ਉਹਦੀ ਵੈਲਿਊ ਬਹੁਤ ਜ਼ਿਆਦਾ ਹੋਊਗੀ। ਵਿਕਰਮਜੀਤ ਸਾਨੀ ਵੀ ਦੇਸ਼ ਵਿਦੇਸ਼ ਵਿੱਚ ਆਪਣੇ ਕਾਰਜਾਂ ਕਰਕੇ ਲੋਕਾਂ ਦੇ ਮਨਾਂ ਵਿੱਚ ਥਾਂ ਬਣਾ ਚੁੱਕੇ ਨੇ। ਵਿਕਰਮਜੀਤ ਸਾਨੀ ਦੀ ਗੱਲ ਕੀਤੀ ਜਾਵੇ ਤਾਂ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਉਹਨਾਂ ਅਹਿਮ ਯੋਗਦਾਨ ਦਿੱਤਾ ਹੈ। ਮੌਰੀਸ਼ਸ ਦੇ ਰਾਸ਼ਟਰਪਤੀ ਤੋਂ ਇੰਟਰਨੈਸ਼ਨਲ ਪੀਸ ਅਵਾਰਡ ਉਹਨਾਂ ਨੂੰ ਮਿਲਿਆ। ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਦੇ ਲਈ ਵਿਸ਼ਵ ਪੰਜਾਬੀ ਸੰਸਦੀ ਮੰਚ ਦਾ ਗਠਨ ਵਿਕਰਮਜੀਤ ਸਾਨੀ ਨੇ ਹੀ ਕੀਤਾ ਹੈ। ਬੋਲੇ ਸੋਨੀਹਾਲ, ਗੁਰੂ ਮਾਨਿਓ ਗ੍ਰੰਥ ਅਤੇ ਸਰਬੰਸਦਾਨੀ ਵਰਗੇ ਪ੍ਰੋਗਰਾਮਾਂ ਦਾ ਆਯੋਜਨ ਉਹ ਕਰਦੇ ਰਹੇ ਨੇ। ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਮੁਹੱਈਆ ਕਰਾਉਣ ਵਿੱਚ ਉਹਨਾਂ ਦਾ ਨਾਂ ਅੱਗੇ ਆਂਦਾ ਹੈ। ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਕੌਮਾਂਤਰੀ ਪ੍ਰਧਾਨ ਵੀ ਵਿਕਰਮਜੀਤ ਸਾਨੀ ਰਹੇ ਨੇ ਤੇ 22 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਯੋਗਦਾਨ ਪਾਇਆ ਹੈ। 500 ਤੋਂ ਵਧੇਰੇ ਅਫਗਾਨ ਹਿੰਦੂਆਂ ਤੇ ਸਿੱਖਾਂ ਦੇ ਮੁੜ ਵਸੇਬੇ ਦੀ ਜ਼ਿੰਮੇਵਾਰੀ ਵੀ ਉਹਨਾਂ ਚੁੱਕੀ। ਕੋਵਿਡ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੈਡੀਕਲ ਸਹਾਇਤਾ ਉਹਨਾਂ ਨੇ ਮੁਹੱਈਆ ਕਰਾਈਆਂ। ਦੋਵਾਂ ਦੇ ਨਾਵਾਂ ਦਾ ਐਲਾਨ ਖੁਦ ਸੀਐਮ ਨੇ ਟਵੀਟ ਕਰਕੇ ਕਰ ਦਿੱਤਾ। ਸੀਐਮ ਨੇ ਲਿਖਿਆ, ਮੈਨੂੰ ਸੂਚਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ 2 ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਸ਼ਖਸੀਅਤਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕਰ ਰਹੀ ਹੈ। ਇੱਕ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਦੂਜੇ ਪੰਜਾਬੀ ਕਲਚਰ ਨਾਲ ਸੰਬੰਧਿਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਨੀ। ਦੋਵਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ। ਪਹਿਲੀਆਂ 5 ਸੀਟਾਂ ਤੇ ਜਦੋਂ ਨਾਂ ਐਲਾਨੇ ਗਏ ਸਨ ਤਾਂ ਵਿਰੋਧੀ ਬਾਹਰੀ ਉਮੀਦਵਾਰ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਸਨ, ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਨਾ ਬੋਲਣ ਦਾ ਮੌਕਾ ਸਾਂਭ ਲਿਆ। ਪੰਕਜ ਕਬਾਹੀ ਦੇ ਨਾਲ ਜਗਜੀਤ ਤੰਜੂ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਇਸ ਪੂਰੇ ਮਸਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਲਿਖਿਆ ਹੈ, ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਲਈ ਸੰਤ ਸੀਚੇਵਾਲ ਜੀ ਦਾ ਨਾਮ ਐਲਾਨਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਪਾਰਟੀ ਦੇ ਗੈਰ ਪੰਜਾਬੀ ਆਕਾਵਾਂ ਵੱਲੋਂ ਪਹਿਲਾਂ ਪੰਜਾਬੀਆਂ ਦੀਆਂ 5 ਰਾਜ ਸਭਾ ਸੀਟਾਂ ਨੂੰ ਕਰੋੜਾਂ ਬਦਲੇ ਵੇਚਣ ਦੇ ਵਜਰਪਾਤ ਦੀਆਂ ਖਬਰਾਂ ਉੱਤੇ ਪਰਦਾ ਪਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਲਿਖ ਰਹੇ ਨੇ ਕਿ ਹੁਣ 2 ਪਵਿੱਤਰ ਗਊਆਂ ਨੂੰ ਮੂਹਰੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਪਹਿਲਾਂ 5 ਨਾਮ ਦਿੱਤੇ ਗਏ, 5 ਨਾਮ ਚੁਣੇ ਗਏ ਜਾਂ 5 ਸ਼ਖਸ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ, ਉਹਨਾਂ ਨੂੰ ਲੈ ਕੇ ਉਹ 5 ਨਾਮਾਂ ਨੂੰ ਲੈ ਕੇ ਹੁਣ ਪਾਪ ਧੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2 ਸਮਾਜ ਸੇਵੀਆਂ ਨੂੰ ਇਹ ਜ਼ਿੰਮੇਵਾਰੀ ਦੇ ਕੇ। ਤੇ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਇਸ ਮਸਲੇ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਰਾਜਾ ਵੜਿੰਗ ਨੇ ਵੀ ਕਿਹਾ ਹੈ ਕਿ ਸਮਾਜ ਸੇਵੀਆਂ ਨੂੰ ਪੋਲੀਟੀਕਲ ਹਾਊਸ ਜ਼ਰੀਏ ਚੁਣ ਕੇ ਉਹਨਾਂ ਦਾ ਦਾਇਰਾ ਸੀਮਤ ਕਰ ਦਿੱਤਾ ਗਿਆ ਹੈ, ਉਹਨਾਂ ਦੀ ਸਮਾਜ ਸੇਵਾ ਦਾ ਦਾਇਰਾ ਸੀਮਤ ਕਰ ਦਿੱਤਾ ਗਿਆ ਹੈ। ਰਾਜਾ ਵੜਿੰਗ ਕਹਿ ਰਹੇ ਨੇ ਰਾਸ਼ਟਰਪਤੀ ਵੱਲੋਂ ਮੈਂਬਰ ਨਾਮਜ਼ਦ ਕੀਤੇ ਜਾਣ ਦੀ ਵੀ ਤਜਵੀਜ਼ ਹੈ। ਸੀਚੇਵਾਲ ਤੇ ਸਾਨੀ ਦੋਵੇਂ ਸਮਾਜ ਸੇਵੀ ਨੇ, ਕਿਤੇ ਨਾ ਕਿਤੇ ਉਹਨਾਂ ਦੀ ਸਮਾਜ ਸੇਵਾ ਦਾ ਦਾਇਰਾ ਸੀਮਿਤ ਹੋ ਗਿਆ ਹੈ। ਸਾਨੀ ਦਿੱਲੀ ਤੋਂ ਹਨ, ਮਤਲਬ ਇੱਕ ਸੀਟ ਦਿੱਲੀ ਦੀ ਸੇਵਾ ਲਈ ਗਈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ। ਸਾਡੇ ਨਾਲ ਇਸ ਵੇਲੇ ਡਾਕਟਰ ਦਲਜੀਤ ਚੀਮਾ ਜੁੜੇ ਨੇ ਅਕਾਲੀ ਦਲ ਤੋਂ। ਚੀਮਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖਦੇ ਹੋ ਤੁਸੀਂ ਰਾਜ ਸਭਾ ਦੇ ਲਈ ਹੁਣ 2 ਨਾਮ ਆਏ ਨੇ, ਵਿਕਰਮਜੀਤ ਸਿੰਘ ਸਾਨੀ ਤੇ ਸੰਤ ਸੀਚੇਵਾਲ? ਕੋਈ ਗੱਲ ਇਹ ਹੈ ਕਿ ਜਿੱਥੋਂ ਤੱਕ ਸੰਤ ਬਲਬੀਰ ਸਿੰਘ ਸੀਚੇਵਾਲ ਸਾਹਿਬ ਦਾ ਸੰਬੰਧ ਹੈ ਜੀ, ਉਹਨਾਂ ਦੀ ਬਹੁਤ ਵੱਡੀ ਵਾਤਾਵਰਣ ਦੇ ਸੰਬੰਧ ਦੇ ਵਿੱਚ ਸੇਵਾ ਹੈ, ਇਹਦੇ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਜੀ। ਉਹਨਾਂ ਨੇ ਲੰਬਾ ਸਮਾਂ ਜਿਹੜੀ ਹੈ ਇੱਕ ਵੱਡੀ ਲਹਿਰ ਜਿਹੜੀ ਹੈ ਉਹ ਵਾਤਾਵਰਣ ਦੇ ਸੰਬੰਧ ਦੇ ਵਿੱਚ ਚਲਾਈ ਹੈ, ਔਰ ਸਾਰਿਆਂ ਪੰਜਾਬ ਦੇ ਵਿੱਚ ਵੀ, ਪੰਜਾਬ ਤੋਂ ਬਾਹਰ ਵੀ ਸਾਰੇ ਥਾਵਾਂ ਦੇ ਉੱਤੇ ਉਹਨਾਂ ਦੀ ਜਿਹੜੀ ਮੂਵਮੈਂਟ ਹੈ ਉਹਦਾ ਅਸਰ ਵੀ ਦੇਖਣ ਨੂੰ ਮਿਲਦਾ ਔਰ ਚੰਗਾ ਕੰਮ ਉਹਨਾਂ ਨੇ ਕੀਤਾ ਹੈ। ਇਸ ਕਰਕੇ ਉਹਨਾਂ ਦੇ ਰਾਜ ਸਭਾ ਦੇ ਵਿੱਚ ਜਾਣ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਕਰਕੇ ਇਹ ਚੰਗੀ ਚਾਹੇ ਕਹਿ ਸਕਦਾ। ਇਸੇ ਤਰ੍ਹਾਂ ਸਾਨੀ ਸਾਹਿਬ ਦੀ ਜਿਹੜੀ ਇੱਕ ਚੰਗੀ ਸ਼ਖਸੀਅਤ ਹੈ ਜਿਹੜੀ ਹੈ ਉਹ ਇੰਡਸਟਰੀ ਦੇ ਬਹੁਤ ਵੱਡੇ ਔਰ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦਾ ਚੰਗਾ ਨਾਮ ਹੈ ਔਰ ਸਮਾਜ ਸੇਵਾ ਦਾ ਵੀ ਉਹ ਕੰਮ ਕਰਦੇ ਆ। ਲੇਕਿਨ ਗੱਲ ਇਹ ਹੈ ਕਿ ਜਦੋਂ ਤੁਸੀਂ ਰਾਜ ਸਭਾ ਮੈਂਬਰਾਂ ਦੀ ਚੋਣ ਕਰਦੇ ਉਹਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਕਿ ਸਟੇਟ ਨੂੰ ਤੁਸੀਂ ਕਿੰਨੀ ਅਹਿਮੀਅਤ ਦੇ ਰਹੇ ਹੋ ਜੀ। 4 ਸੀਟਾਂ ਹੁਣ ਜਿਹੜੀਆਂ ਪਹਿਲੀਆਂ ਸਿਲੈਕਸ਼ਨਾਂ ਹੋ ਚੁੱਕੀਆਂ ਕੁੱਲ ਮਿਲਾ ਕੇ ਉਹ ਦਿੱਲੀ ਦੇ ਖਾਤੇ 'ਚ ਚਲੇ ਗਈਆਂ, 3 ਪੰਜਾਬ ਦੀਆਂ ਰਹਿ ਗਈਆਂ ਜੀ।
ਔਰ ਦੂਜੀ ਗੱਲ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕਿਸਾਨੀ ਤੇ ਆਧਾਰਿਤ ਸੂਬਾ, ਇਸ ਕਰਕੇ ਬੜੀਆਂ ਵੱਡੀਆਂ ਗੱਲਾਂ ਭਗਵੰਤ ਮਾਨ ਜੀ ਵੱਲੋਂ, ਕੇਜਰੀਵਾਲ ਵੱਲੋਂ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਕੀਤੀਆਂ ਗਈਆਂ ਤੇ ਇੱਕ ਕਿਤੇ ਨਾ ਕਿਤੇ ਉਮੀਦ ਜਾਗੀ ਸੀ ਕਿ ਸ਼ਾਇਦ ਸੱਤਾ ਦੇ ਵਿੱਚੋਂ ਕਿਸਾਨੀ ਨੂੰ ਵੀ ਕੁਝ ਹਿੱਸਾ ਜਿਹੜਾ ਹੈ ਜ਼ਰੂਰ ਮਿਲੇਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਦੇ ਜਿਹੜੇ ਮਸਲੇ ਆ ਉਹ ਰਾਜ ਸਭਾ ਦੇ ਵਿੱਚ ਚੰਗੀ ਤਰ੍ਹਾਂ ਉੱਠਣ। ਉਹ ਵੀ ਫੈਕਟਰ ਜਿਹੜਾ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਔਰ ਦੂਜੀ ਗੱਲ ਹੈ ਕਿ ਡਾਕਟਰ BR ਅੰਬੇਦਕਰ ਸਾਹਿਬ ਦੀ ਫੋਟੋ ਤਾਂ ਕੱਲ ਵੀ ਕੇਜਰੀਵਾਲ ਸਾਹਿਬ ਨੇ ਉਹਨਾਂ ਦੀ ਤਸਵੀਰ ਦੇ ਸਾਹਮਣੇ ਹੀ ਸਾਨੀ ਸਾਹਿਬ ਦੇ ਨਾਲ ਖੜੇ ਹੋ ਕੇ ਫੋਟੋ ਖਿਚਾਈ ਹੈ ਜੀ, ਪਰ ਉਸ ਫੋਟੋ ਦਾ ਜੋ ਅਸਲੀ ਸਤਿਕਾਰ ਹੋਣਾ ਚਾਹੀਦਾ ਸੀ ਕਿ 33% ਪੰਜਾਬ ਦੇ ਵਿੱਚ ਜਿਹੜੀ ਹੈ ਦਲਿਤ ਆਬਾਦੀ ਹੈ, ਉਹਨੂੰ ਕੋਈ ਨੁਮਾਇੰਦਗੀ ਦੇਣ ਦੀ ਬਜਾਏ ਜਿਹੜੀਆਂ 4 ਦਿੱਲੀ ਤੋਂ ਨੁਮਾਇੰਦਗੀ ਦੇਣ ਦੀ ਥਾਂ ਤੇ ਉਹਦੇ ਵਿੱਚ ਪੰਜਾਬ ਤੋਂ ਜਿਹੜੀਆਂ ਦਲਿਤ ਕਾਜ ਵਾਸਤੇ, ਕਿਸਾਨੀ ਦੇ ਕਾਜ ਵਾਸਤੇ, ਇਹਨਾਂ ਕੰਮਾਂ ਵਾਸਤੇ ਜਿਹੜੇ ਲੋਕੀ ਸੰਘਰਸ਼ ਕਰ ਰਹੇ ਆ ਜੀ, ਉਹਨਾਂ ਲਈ ਵੀ ਕਿਤੇ ਨਾ ਕਿਤੇ ਕੋਈ ਥਾਂ ਜਿਹੜੀ ਹੈ ਸੋਚਣੀ ਚਾਹੀਦੀ ਸੀ, ਕਿਉਂਕਿ ਅੱਜ ਤੁਹਾਨੂੰ ਲੱਗਦਾ ਹੈ ਕਿ ਜਿਸ ਕਿਸਮ ਦੀ ਰਿਪਰੈਜ਼ੈਂਟੇਸ਼ਨ ਰਾਜ ਸਭਾ ਦੇ ਵਿੱਚ ਜਾਣੀ ਚਾਹੀਦੀ ਸੀ ਉਹ ਨਹੀਂ ਜਾ ਰਹੀ? ਨਹੀਂ, ਮੇਰੇ ਖਿਆਲ ਸੰਤ ਸੀਚੇਵਾਲ ਸਾਹਿਬ ਤਾਂ ਮੈਂ ਕਹਿੰਦਾ ਕਿ ਠੀਕ ਹੈ, ਪਰ ਉਹਨਾਂ ਦਾ ਤਾਂ ਰਾਸ਼ਟਰਪਤੀ ਵੱਲੋਂ ਜਾਣਾ ਚਾਹੀਦਾ। ਜਿੰਨੀ ਵੱਡੀ ਉਹਨਾਂ ਦੀ ਸੇਵਾ ਹੈ, ਉਹਨਾਂ ਨੂੰ ਪਾਰਟੀਆਂ ਦੇ ਬੰਧਨ ਦੇ ਵਿੱਚ ਪਾਉਣ ਨਾਲੋਂ ਰਾਸ਼ਟਰਪਤੀ ਪੱਧਰ ਦੇ ਉੱਤੇ ਇਹੋ ਜਿਹੀਆਂ ਸ਼ਖਸੀਅਤਾਂ ਨਾਮ ਜਿਹੜੀਆਂ ਨੇ ਹਮੇਸ਼ਾ ਨਾਮਜ਼ਦ ਕੀਤੀਆਂ ਜਾਂਦੀਆਂ, ਜਿਹੜੀਆਂ ਪਾਰਟੀ ਪੱਧਰ ਤੋਂ ਜਿਨ੍ਹਾਂ ਦੀ ਸੇਵਾ ਜਿਹੜੀ ਹੈ ਉਹ ਉੱਪਰ ਹੋਵੇ। ਔਰ ਸਾਨੀ ਸਾਹਿਬ ਦਿੱਲੀ ਦੇ ਰਹਿਣ ਵਾਲੇ ਆ, ਦਿੱਲੀ ਦੀ ਰਾਜ ਸਭਾ ਦਾ ਜਿਹੜਾ ਕੋਟਾ ਉਹਦੇ ਵਿੱਚੋਂ ਸਾਨੀ ਸਾਹਿਬ ਜਾ ਸਕਦੇ ਆ। ਦਿੱਲੀ ਵੈਸੇ ਵੀ ਇੰਡਸਟਰੀਅਲ ਸਿਟੀ ਹੈ, ਇਸ ਕਰਕੇ ਉੱਥੇ ਸਿੱਖਾਂ ਨੂੰ ਵੀ ਨੁਮਾਇੰਦਗੀ ਦੇਣੀ ਚਾਹੀਦੀ ਸੀ, ਦਿੱਲੀ ਦੇ ਨੂੰ ਇੰਡਸਟਰੀ ਨੂੰ ਵੀ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਸੀ। ਤੇ ਦਿੱਲੀ ਦਾ ਆਪਣੇ ਇਹਨਾਂ ਦੇ ਰਾਜ ਸਭਾ ਮੈਂਬਰ ਦਿੱਲੀ ਤੋਂ ਵੀ ਕਾਫੀ ਜਾਂਦੇ ਆ। ਇਸ ਕਰਕੇ ਮੈਂ ਸਮਝਦਾ ਕਿ ਇੱਕ ਜਿਹੜੀ ਪਹਿਲੇ ਜੋ ਕੁਝ ਕੀਤਾ ਰਾਜ ਸਭਾ ਦੀਆਂ ਸੀਟਾਂ ਦੇ ਵਿੱਚ, ਉਹਦੇ ਤੇ ਪਰਦਾ ਪਾਉਣ ਦੀ ਵੀ ਕੋਸ਼ਿਸ਼ ਹੈ, ਇਹ ਵੀ ਨਜ਼ਰ ਆਉਂਦਾ। ਇਸ ਕਰਕੇ ਕੁੱਲ ਮਿਲਾ ਕੇ ਤੁਸੀਂ ਦੇਖੋਗੇ ਤਾਂ 4 ਸੀਟਾਂ ਦਿੱਲੀ ਦੇ ਖਾਤੇ ਚਲੇ ਗਈਆਂ। ਹੁਣ ਇਸ਼ੂ ਇਹ ਆਏਗਾ ਕਿ ਜਦੋਂ ਪੰਜਾਬ ਵਰਸਸ ਦਿੱਲੀ ਮਸਲੇ ਉੱਠਣਗੇ, ਚਾਹੇ ਪਾਣੀਆਂ ਦੇ ਮਸਲੇ ਨੇ, ਚਾਹੇ ਰਾਜਧਾਨੀ ਦੇ ਮਸਲੇ ਨੇ, ਜਾਂ ਹੋਰ ਮਸਲੇ ਨੇ, ਤੇ ਉਦੋਂ ਫਿਰ ਉਹਨਾਂ ਦੀ ਸਥਿਤੀ ਕੀ ਹੋਏਗੀ। ਇਸ ਕਰਕੇ ਪੰਜਾਬ ਦੇ ਜਿਹੜੀ ਅਸਲੀ ਮਸਲਾ ਹੈ ਕਿ ਸਾਡੇ ਬਹੁਤ ਸਾਰੇ ਇੰਟਰਸਟ ਕਲੈਸ਼ ਕਰਦੇ ਆ ਦਿੱਲੀ ਦੇ ਨਾਲ। ਉਹ ਕੇਜਰੀਵਾਲ ਆਪਣੀ ਚੀਜ਼ਾਂ ਨੂੰ ਤਾਂ ਪ੍ਰੋਟੈਕਟ ਕਰ ਰਹੇ ਆ, ਪਰ ਲੇਕਿਨ ਸਾਡੇ ਪੰਜਾਬ ਦੀ ਲੀਡਰਸ਼ਿਪ ਨੂੰ ਸਮਝਣਾ ਹੋਏਗਾ ਕਿ ਕਿਤੇ ਨਾ ਕਿਤੇ ਤੁਸੀਂ ਉਸ ਮਾਮਲੇ ਦੇ ਵਿੱਚ ਠੱਗੇ ਜਾ ਰਹੇ ਹੋ। ਇਸ ਗੱਲ ਦਾ ਧਿਆਨ ਪੰਜਾਬ ਦੇ ਜਿਹੜੇ ਬਣਵੇਂ MLA ਬਣੇ ਆ, ਇਹਨਾਂ ਨੂੰ ਜਾਗਰੂਕ ਇਸ ਮਾਮਲੇ 'ਚ ਹੋਣੇ ਪਏਗਾ। ਜੀ, ਚਲੋ ਸ਼ੁਕਰੀਆ ਚੀਮਾ ਜੀ ਸਾਡੇ ਨਾਲ ਜੁੜਨ ਦੇ ਲਈ। ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਤੋਂ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੋ ਸ਼ਖਸੀਅਤਾਂ ਹੁਣ ਚੁਣੀਆਂ ਗਈਆਂ ਨੇ ਉਹਨਾਂ ਨੂੰ ਰਾਸ਼ਟਰਪਤੀ ਕੋਟੇ ਦੇ ਵਿੱਚੋਂ ਜਾਣਾ ਚਾਹੀਦਾ ਸੀ। ਰਾਸ਼ਟਰਪਤੀ ਦੇ ਵੱਲੋਂ ਅਜਿਹੀਆਂ ਸ਼ਖਸੀਅਤਾਂ ਨੂੰ ਨੋਮੀਨੇਟ ਕੀਤਾ ਜਾਂਦਾ ਹੈ, ਲੇਕਿਨ ਇੱਕ ਪੋਲੀਟੀਕਲ ਪਾਰਟੀ ਦੇ ਵੱਲੋਂ ਇਸ ਤਰੀਕੇ ਨਾਲ ਨੋਮੀਨੇਟ ਕੀਤੇ ਜਾਣਾ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਇਸ ਤੇ ਸਵਾਲ ਚੁੱਕ ਰਹੀਆਂ ਨੇ। ਨਾਲ ਹੀ ਡਾਕਟਰ ਚੀਮਾ ਇਹ ਵੀ ਕਹਿ ਰਹੇ ਸਨ ਕਿ ਜੋ ਪੰਜ ਨੁਮਾਇੰਦੇ ਪਹਿਲਾਂ ਚੁਣੇ ਗਏ ਨੇ, ਕਿਤੇ ਨਾ ਕਿਤੇ ਜੋ ਸੁਖਬੀਰ ਸਿੰਘ ਬਾਦਲ ਲਿਖ ਰਹੇ ਨੇ ਕਿ ਪਾਪ ਧੋਣ ਦੀ ਕੋਸ਼ਿਸ਼ ਕੀਤੀ ਗਈ ਹੈ 2 ਸਮਾਜ ਸੇਵੀ ਸ਼ਖਸੀਅਤਾਂ ਨੂੰ ਹੁਣ ਨਾਮਜ਼ਦ ਕਰਕੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੁਰੂਕਸ਼ੇਤਰ ਪਹੁੰचे हुए ने, की कुछ कह रहे ने, देखते हैं। पार्टी के लिए आज 29 मई यानी कि हरियाणा के लिए राजनीति में अहम दिन है। आज हरियाणा प्रदेश में 3 जगह रैलियां होंगी। मैं मौजूद हूँ कुरुक्षेत्र में। यहाँ पर लगभग 11 बजे जो आम आदमी पार्टी के राष्ट्रीय अध्यक्ष हैं अरविंद केजरीवाल, दिल्ली के मुख्यमंत्री, वो यहाँ से संबोधन देंगे और आज का दिन राजनीति के लिए अहम दिन है। इसी के साथ साथ ये जो मंच है पूरी तरह से ये मंच बनकर तैयार है। 11 बजे का वो ठीक 11 बजे का समय होगा जब यहाँ पर दिल्ली के मुख्यमंत्री अरविंद केजरीवाल पहुंचेंगे और सरकार के खिलाफ हुंकार बनेंगे। इससे पहले बात की जाए, रैली का नाम दिया गया है अब बदलेगा हरियाणा। जाहिर है अरविंद केजरीवाल की आम आदमी पार्टी ने पंजाब को जिस तरह से बदला हरियाणा को बदलने की तैयारी की हुई है। हरियाणा में 2 साल बाद चुनाव होने हैं, उसको लेकर पूरी तरह से आम आदमी पार्टी गांव-गांव में, कस्बों में गई और आज 29 मई के दिन पूरी तरह से ये पंडाल लगकर तैयार है और खुले आसमान के नीचे ये रैली होने जा रही है। इससे पहले की बात की जाए तो रात को भयंकर आंधी तूफान आया था और टेंट जो थे जहां तहां तहस नहस हो गए थे, मगर हौसला देखिए कि यहां पर हर हाल में रैली की तैयारियां पूरी हो चुकी हैं और 11 बजे का वो समय होगा जब अरविंद केजरीवाल यहां पर अपना संबोधन देंगे और प्रदेश और केंद्र की सरकार के खिलाफ हुंकार भरेंगे। ਵਿਧਾਨ ਸਭਾ ਦੇ ਵੱਲੋਂ 31 ਮਈ ਤੋਂ 2 ਜੂਨ ਤੱਕ ਸਾਰੇ ਵਿਧਾਇਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸਮਾਗਮ ਦਾ ਉਦਘਾਟਨ 31 ਮਈ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾਏਗਾ, ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸੰਬੋਧਨ ਦੇ ਨਾਲ ਸੈਸ਼ਨ ਦੀ ਸ਼ੁਰੂਆਤ ਹੋਏਗੀ।
इस दौरान पंजाब विधान सभा के स्पीकर कुलतार संधवा ते दिल्ली विधान सभा के स्पीकर वालों विधायकों को पहला लैक्चर दिता जाएगा ते इजलास दौरान किहड़ियां जरूरी गल्लां दा ख्याल रखना है इस तो वाकिफ करवाया जाएगा। उत्थे ही राज सभा मैंबर राघव चड्ढा ते संजय सिंह लैक्चर सैशन दे विच शामिल होणगे जो अर्थशास्त्र नूं लैके विधायकों नूं गुर सिखाउणगे। नाल ही विशेष अधिकारां नाल जुड़ी जानकारी संसद मैंबर मनोज कुमार झा देणगे। इस तो इलावा होर भी कई मेहमान इस लैक्चर सैशन का हिस्सा बनणगे। तां जो नवे विधायक बने ने उन्हां दे लई स्पैशल सैशन का आगाज होण जा रहा है। नवे विधायकों नूं नियम सिखाए जाणगे, गुर सिखाए जाणगे, विधायकों की क्लास लगेगी। जथेदारां ने सरकार की सिक्योरिटी मोड़ दी है। श्री केसगढ़ साहिब के जथेदार ने भी सिक्योरिटी मोड़ दी है। जथेदार ज्ञानी रघबीर सिंह का बयान आया है कि पुलिस के सारे सुरक्षा मुलाजम वापस कर दिए गए ने। तां हुण श्री केसगढ़ साहिब के जथेदार ने भी सिक्योरिटी मोड़ दी है। श्री केसगढ़ साहिब के जथेदार का बयान आया है, जथेदार ज्ञानी रघबीर सिंह का बयान आया है। उन्होंने कहा है कि पुलिस के सारे सुरक्षा मुलाजम वापस कर दिए गए ने। सिक्योरिटी बहाल करके साडे ते दबाव बनाया जा रहा है पर सानू सरकार की सिक्योरिटी नहीं चाहिए। श्री केसगढ़ साहिब दे जथेदार ज्ञानी रघबीर सिंह ने भी सिक्योरिटी वापस कर दी है। क्या है कि सानू सरकार तो सिक्योरिटी नहीं चाहिए। कर्मचारी वास्ते नाल सुरक्षा बच लगाए गए सन, उन्होंने कल पंजाब सरकार के वालों वापस बुला लिया गया है और असी जिन्ने भी सिक्योरिटी साढ़े कोल पुलिस मुलाजमान की है असी सारी सिक्योरिटी सरकार ने वापस कर दी है और सरकार वालों सिक्योरिटी बहाल करके दबाव बनाया जा रहा है कि सिक्योरिटी वापस ली जाए, पर असी बिल्कुल भी सरकारी सुरक्षा वापस नहीं देवांगे। असी अपनी सुरक्षा आप करने के समर्थ हाँ, सानू किसी भी सरकारी सुरक्षा छतरी। उधर पटना साहिब के जथेदार रणजीत सिंह ने भी पंजाब सरकार की सुरक्षा वापस कर दी है। सरकारी सिक्योरिटी है जी पंजाब सरकार वालों दी गई है वो वापस करने जा रहे हैं। कर दी है जी असी वापस। अच्छा वापस कर तुहाडे नाल किन्ने बंदे लगे हुए सी? साडे नाल रहिंदे सी 5-7 बंदे। अच्छा जी, तुसी क्यों कीती वापस? जिस तरह सिंह साहब जी कुछ उन्होंने वापस ले ली सी सिक्योरिटी सिंह साहब ने तां कीती, तुसी सिख कौम के गल है जब सरकार नूं इस गल दा पता ही नहीं है, जेड़ा मर्जी जथेदार नूं मार देवे जो मर्जी कर देवे जी, फिर असी की करनी है सिक्योरिटी जी। जब इन्हां ने वापस ही लैण दा मन बना लिया है ते वापस लै रहे, अद्धी लै रहे असी सारी दे देने, ले लो जी। कल नूं जे कोई सानू कोई हादसा हुंदा जथेदारां ते कोई आंच आउंदी है सरकार जिम्मेवार। उधर इस सब दे विचाले अदाकारा शहनाज गिल दे पिता दा गुस्सा फुटिया है। सुरक्षा दे विच कटौती करन नूं लैके सवाल चुके ने, कहा कि मेरे ते कई बार हमले हो चुके ने, मेरा कोई नुकसान होया तां सीएम जिम्मेवार होणगे, सुरक्षा वापस लेना गैर वाजिब है। ये संतोख गिल दा बयान है। भाजपा दे विच शामिल हो गए सी, चोणां वेले पीएलसी दी टिकट तो चोण भी लड़ चुके ने। संतोख गिल ने कहा कि मेरे ते कई बार हमले हो चुके ने, जे मेरा कोई नुकसान होया तां मुख मंत्री जिम्मेवार होणगे। विधान सभा चोणां वेले भाजपा दे विच शामिल होए सी ते खडूर साहिब तो पीएलसी दी टिकट ते चोण लड़ी सी। दस दईए कि पंजाब सरकार ने वड्डा कदम चुकदिआं 424 वीआईपीज़ दी सुरक्षा ते कैंची चलाई है। सूबे दे साबका विधायकां ते मौजूदा ते साबका पुलिस अधिकारियों सने कई धार्मिक आगुआं दी सुरक्षा दे विच कटौती कीती है। संतोख गिल ने इस ते सवाल चुके ने। कभी मेरे को 14 गनमैन, कभी 6, कभी 8। और लास्ट टाइम तो मेरे को 6 गनमैन सी, 2 बंदे गन दे, 4 गनमैन। हुण भगवंत मान जी ने सारी सिक्योरिटी वापस ले ली है। मैं भगवंत मान जी को पूछना चाहना, जिहड़ा बंदा थ्रैट च आ जां उस बंदे नूं थ्रैट आ, ਉਹਦੇ ਤੇ ਪਹਿਲਾਂ कई बार हमले हो चुके आ, ਕੀ ਤੁਸੀਂ ਕੱਲ ਨੂੰ अगर कोई गलबात ਹੁੰਦੀ ਆ ਤੁਸੀਂ ਉਹਦੀ ਜ਼ਿੰਮੇਵਾਰੀ ਲਓ। खबर जलंधर तो है। जलंधर दे विच नशे खिलाफ पुलिस दा वड्डा एक्शन वेखण नूं मिलिआ है। फिलौर दे विच पुलिस ने वड्डा सर्च ऑपरेशन चलाया है। गन्ना पिंड दे विच कई घरां दी तलाशी लई 11 लोकां तो नशा ते ड्रग मनी बरामद हुई है। फिलौर दे विच पुलिस ने वड्डा सर्च ऑपरेशन चलाया है। गन्ना पिंड दे विच तलाशी लई गई है, घरां दी तलाशी लई गई है, कई किस्म दीआं बरामदगियां भी हुईआं ने। 11 लोकां तो नशा ते ड्रग मनी बरामद हुई है। पुलिस ने 11 लोकां दे खिलाफ मामला दर्ज कर लिया है। फिलौर पुलिस अकैडमी दे नाल भी इस दे तार जुड़दे ने। फिलौर पुलिस अकैडमी दे विच पुलिस कर्मी पिछले दिनां दे विच गिरफ्तार होए। गन्ना पिंड दे विच 30 तो ज्यादा एनडीपीएस एक्ट दे तहत मामले पहलां तो दर्ज ने। नशा तस्करी दे इल्जामां हेठ
ਕਈ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਪਿੰਡ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਨੇ। ਤਾਂ ਫਲੌਰ ਦੇ ਵਿੱਚ ਵੱਡਾ ਸਰਚ ਆਪਰੇਸ਼ਨ ਪੁਲਿਸ ਦੇ ਵੱਲੋਂ ਚਲਾਇਆ ਗਿਆ। ਗੰਨਾ ਪਿੰਡ ਦੇ ਵਿੱਚ ਘਰਾਂ ਦੀ ਤਲਾਸ਼ੀ ਲਈ ਗਈ। 11 ਲੋਕਾਂ ਤੋਂ ਨਸ਼ਾ ਤੇ ਡਰੱਗ ਮਨੀ ਬਰਾਮਦ ਹੋਈ ਹੈ। ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਨੂੰ ਲਗਾਤਾਰ ਜਿਹੜੀਆਂ ਸਾਹਮਣੇ ਤਸਵੀਰਾਂ ਆਈਆਂ ਸੀਗੀਆਂ ਫਲੋਰ ਅਕੈਡਮੀ ਦੀਆਂ ਵੀ ਇਸ ਗੰਨਾ ਪਿੰਡ ਦੇ ਵਿੱਚੋਂ ਵੀ? ਇਹ ਨੋਟੋਰੀਅਸ ਇੱਥੇ ਕੋਈ 550 600 ਘਰ ਹੈ ਤੇ 300 ਤੋਂ ਜ਼ਿਆਦਾ ਪਰਚੇ ਦਰਜ ਹੈ ਤੇ ਰੋਜ਼ ਕੋਈ ਨਾ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਸੀਗੀ ਤੇ ਆਪਾਂ ਸਵੇਰੇ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈ ਉਹ ਲਾਂਚ ਕੀਤਾ ਹੈ। ਕੁਝ 600 ਕੇ ਕਰੀਬ ਸਾਡੇ ਮੁਲਾਜ਼ਮ 50 ਟੀਮਸ ਤੇ ਜਿਹੜੇ ਆਇਡੈਂਟੀਫਾਈਡ ਘਰ ਹੈਗੇ ਜਿਨ੍ਹਾਂ ਤੇ 3 4 5 ਪਰਚੇ ਹੈ ਐਨਡੀਪੀਐਸ ਦੇ, ਉਹਨਾਂ ਦੇ ਘਰ 'ਚ ਸਰਚ ਕਰਾਈ ਜਾ ਰਹੀ ਹੈ। ਸਰ, ਇੱਕ ਪ੍ਰਾਪਰਟੀ ਅਟੈਚ ਕਰਨ ਦੀ ਗੱਲ ਕੀਤੀ ਸੀ, ਕਿੰਨਾ ਲੋਕਾਂ ਦੀ ਪ੍ਰਾਪਰਟੀ ਅਟੈਚ ਹੋਏਗੀ? ਜਿਨ੍ਹਾਂ ਤੇ ਵੀ 3 ਤੋਂ ਜ਼ਿਆਦਾ ਪਰਚੇ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰਤੀ ਹੈ। ਤੇ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਜੁੜੇ ਨੇ ਫੋਨ ਲਾਈਨ ਦੇ ਉੱਤੇ। ਸੁਰਿੰਦਰ, ਕੀ ਕੁਝ ਪੂਰੀ ਜਾਣਕਾਰੀ? ਇੱਕ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਬਿਲਕੁਲ ਅਰਸ਼, ਜਿਹੜੀ ਕਿ ਮੁਹਿੰਮ ਜਿਹੜੀ ਚਲਾਈ ਗਈ ਐਸਐਸਪੀ ਸਵਪਨ ਸ਼ਰਮਾ ਵੱਲੋਂ ਕਾਫੀ ਸਮੇਂ ਤੋਂ ਉਲੀਕੀ ਜਾ ਰਹੀ ਸੀ, ਕਿਉਂਕਿ ਵੱਡੇ ਮਾਮਲੇ ਜਿਹੜੇ ਸੀਗੇ ਫਲੋਰ ਤੋਂ ਸਾਹਮਣੇ ਆ ਰਹੇ ਸੀਗੇ। ਪੰਜਾਬ ਪੁਲਿਸ ਅਕੈਡਮੀ ਤੋਂ 7 ਗ੍ਰਿਫਤਾਰੀਆਂ ਹੋਣੀਆਂ, ਇੱਕ ਮੁਲਾਜ਼ਮ ਦਾ ਚਿੱਟੇ ਦੀ ਡੋਜ਼ ਦੇ ਨਾਲ ਮਰ ਜਾਣਾ, ਉਸ ਤੋਂ ਬਾਅਦ ਜਿਹੜੀਆਂ ਗੰਨਾ ਪਿੰਡ ਤੋਂ ਗ੍ਰਿਫਤਾਰੀਆਂ ਹੋਈਆਂ, ਉਸ ਨੂੰ ਲੈ ਕੇ ਇਹ ਜਿਹੜੀ ਮੁਹਿੰਮ ਵਿੱਢੀ ਗਈ ਸੀਗੀ ਔਰ ਅੱਜ ਉਹ ਮੁਹਿੰਮ ਨੂੰ ਮੁਕਾਮ ਤੱਕ ਪਹੁੰਚਾਉਣ ਦੀ ਗੱਲ ਕੀਤੀ ਗਈ ਔਰ ਐਸਐਸਪੀ ਸਾਹਿਬ ਦੇ ਨਾਲ ਕਰੀਬਨ 600 ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੇ ਇੱਕ ਵੱਡੀ ਰੇਡ ਜਿਹੜੀ ਹੈਗੀ ਗੰਨਾ ਪਿੰਡ ਦੇ ਉੱਤੇ ਕੀਤੀ ਔਰ 500 ਘਰ ਜਿਹੜੇ ਹੈਗੇ ਗੰਨਾ ਪਿੰਡ ਦੇ ਵਿੱਚ ਹੈਗੇ ਨੇ। ਅਰਸ਼ੇ ਚ ਵੱਡੀ ਗੱਲ ਹੈਗੀ 500 ਘਰ ਜਿਹੜੇ ਗੰਨਾ ਪਿੰਡ ਵਿੱਚ ਹੈਗੇ ਨੇ ਔਰ 300 ਮਾਮਲੇ ਦਰਜ ਹੈਗੇ ਗੰਨਾ ਪਿੰਡ ਦੇ ਉੱਤੇ। ਵੱਡੀ ਜਿਹੜੀ ਗੱਲ ਹੈਗੀ ਆ ਉਹ ਸਾਹਮਣੇ ਆਈ ਹੈਗੀ ਆ ਔਰ ਅੱਜ ਜਦੋਂ ਰੇਡ ਕੀਤੀ ਗਈ ਆ 11 ਘਰਾਂ ਦੇ ਉੱਤੇ 11 ਘਰਾਂ ਦੇ ਵਿੱਚੋਂ ਜਿਹੜੀ ਡਰੱਗ ਮਨੀ ਬਰਾਮਦ ਕੀਤੀ ਗਈ, ਗੋਲਡ ਬਰਾਮਦ ਕੀਤਾ ਗਿਆ ਹੈਗਾ ਔਰ ਨਾਲ ਹੀ ਨਾਲ ਚਿੱਟਾ ਵੀ ਉੱਥੋਂ ਬਰਾਮਦ ਕੀਤਾ ਗਿਆ ਹੈਗਾ ਔਰ 11 ਮਾਮਲੇ ਅੱਜ ਫਿਰ ਜਿਹੜੇ ਹੈਗੇ ਉਹ ਦਰਜ ਕੀਤੇ ਗਏ ਹੈਗੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੇ ਵਿਅਕਤੀ ਵਿਸ਼ੇਸ਼ ਦੇ ਉੱਤੇ ਜਿਨ੍ਹਾਂ ਦੇ ਮਾਮਲੇ ਦਰਜ ਹੋਏ ਹੈਗੇ ਨੇ, ਜਿਨ੍ਹਾਂ ਦੇ ਉੱਤੇ 3 ਤੋਂ ਵੱਧ ਮਾਮਲੇ ਦਰਜ ਹੈਗੇ, ਉਹਨਾਂ ਦੇ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਔਰ ਜੇ ਹਜੇ ਵੀ ਗੰਨਾ ਪਿੰਡ ਦੇ ਵਿੱਚ ਨਸ਼ਾ ਤਸਕਰੀ ਚੱਲਦੀ ਰਹੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਰੇਡਾਂ ਜਿਹੜੀਆਂ ਹੋਰ ਉਸ ਪਿੰਡ ਤੇ ਹੋਣਗੀਆਂ। ਜੀ ਸ਼ੁਕਰੀਆ ਸੁਰਿੰਦਰ ਪੂਰੀ ਜਾਣਕਾਰੀ ਦੇ ਲਈ। ਤਾਂ ਗੰਨਾ ਪਿੰਡ ਦੇ ਉੱਤੇ ਰੇਡ ਕੀਤੀ ਗਈ ਹੈ। ਫਲੋਰ ਪੁਲਿਸ ਅਕੈਡਮੀ ਦੇ ਨਾਲ ਵੀ ਇਸ ਦੇ ਤਾਰ ਜੁੜਦੇ ਨੇ। ਪਿਛਲੇ ਦਿਨੀ ਫਲੋਰ ਪੁਲਿਸ ਅਕੈਡਮੀ ਦੇ ਪੁਲਿਸ ਕਰਮੀ ਵੀ ਗ੍ਰਿਫਤਾਰ ਹੋਏ ਸੀ, ਨਸ਼ੇ ਨੂੰ ਲੈ ਕੇ ਮਾਮਲੇ ਦਰਜ ਹੋਏ ਸੀ। ਤਾਂ ਹੁਣ ਗੰਨਾ ਪਿੰਡ ਦੇ ਵਿੱਚ ਰੇਡ ਕੀਤੀ ਗਈ ਹੈ। 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 11 ਘਰਾਂ ਤੇ ਜਿਨ੍ਹਾਂ ਤੇ ਪਹਿਲਾਂ ਮਾਮਲੇ ਦਰਜ ਸੀ ਉੱਥੇ ਰੇਡ ਕੀਤੀ ਗਈ। ਨਸ਼ਾ ਤੇ ਡਰੱਗ ਮਨੀ ਬਰਾਮਦ ਹੋਈ ਹੈ। ਉਧਰ ਮੁਕਤਸਰ ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆਈ ਹੈ। ਕਈ ਸ਼ੱਕੀ ਥਾਵਾਂ ਤੇ ਪੁਲਿਸ ਨੇ ਤਲਾਸ਼ੀ ਅਭਿਆਨ ਚਲਾਇਆ ਤੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ। ਚੋਰੀ ਦੇ ਕਈ ਵਾਹਨ ਵੀ ਪੁਲਿਸ ਨੇ ਬਰਾਮਦ ਕੀਤੇ ਨੇ। ਮੁਕਤਸਰ ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਐਕਸ਼ਨ ਦੇ ਵਿੱਚ ਹੈ। ਸ਼ੱਕੀ ਥਾਵਾਂ ਤੇ ਪੁਲਿਸ ਨੇ ਤਲਾਸ਼ੀ ਲਈ ਹੈ, ਜਿਸ ਤੋਂ ਬਾਅਦ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਗਿਆ ਹੈ। ਪਿਛਲੇ 2 ਦਿਨਾਂ ਤੋਂ ਲਗਾਤਾਰ ਪੁਲਿਸ ਚੈਕਿੰਗ ਕਰ ਰਹੀ ਹੈ। ਮੁਕਤਸਰ ਦੇ ਵਿੱਚ ਵੀ ਚੈਕਿੰਗ ਕੀਤੀ ਗਈ ਹੈ। ਮੁਕਤਸਰ ਦੇ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦੀ ਸਖਤੀ ਨਸ਼ਾ ਤਸਕਰਾਂ ਨੂੰ ਲੈ ਕੇ ਪੁਲਿਸ ਸਖਤ ਨਜ਼ਰ ਆ ਰਹੀ ਹੈ, ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਤਾਂ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਸੂਰਜ ਭਾਨ ਜੁੜੇ ਨੇ। ਸੂਰਜ, ਕੀ ਕੋਈ ਜਾਣਕਾਰੀ ਤੁਹਾਡੇ ਕੋਲ? ਇੱਕ ਵੱਡਾ ਸਰਚ ਆਪਰੇਸ਼ਨ ਕਹਿ ਸਕਦੇ ਆ ਫਲੋਰ ਦੇ ਵਿੱਚ ਵੀ ਚਲਾਇਆ ਗਿਆ ਹੈ ਤੇ ਮੁਕਤਸਰ ਦੇ ਵਿੱਚ ਵੀ ਚਲਾਇਆ ਗਿਆ। ਦੇਖੋ, ਬੇਸ਼ੱਕ ਫਲੋਰ ਹੋਵੇ, ਜਲੰਧਰ ਹੋਵੇ, ਮੋਗਾ ਹੋਵੇ, ਮੁਕਤਸਰ ਹੋਵੇ, ਪੁਲਿਸ ਦਾ ਹੁਣ ਸਰਗਰਮ ਨਜ਼ਰ ਆ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਦਬਾਅ ਹੈ ਪੁਲਿਸ ਦੇ ਉੱਪਰ। ਪੁਲਿਸ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ, ਜਵਾਬਦੇਹੀ ਪੁਲਿਸ ਦੀ ਤੈਅ ਕੀਤੀ ਗਈ ਹੈ ਕਿ ਜਿੱਥੇ ਨਸ਼ਾ ਵਿਕੂਗਾ ਉਥੋਂ ਦਾ ਐਸਐਸਪੀ ਤੇ ਐਸਐਚਓ ਤੋਂ ਜਵਾਬ ਮੰਗਿਆ ਜਾਏਗਾ, ਉਸ ਦੇ ਖਿਲਾਫ ਕਾਰਵਾਈ ਹੋਏਗੀ। ਜਿਸ ਦੇ ਤਹਿਤ ਮੁਕਤਸਰ ਦੇ ਵਿੱਚ ਵੀ ਕੱਲ ਤੋਂ ਲੈ ਕੇ ਜਿਹੜੀ ਰੇਡਸ ਹੈ ਅਲੱਗ-ਅਲੱਗ ਜਗ੍ਹਾ ਦੇ ਉੱਪਰ ਕੀਤੀਆਂ ਗਈਆਂ ਨੇ, ਉਹ ਤੋਂ ਰਿਕਵਰੀ ਵੀ ਹੋਈ ਹੈ। ਹਾਲਾਂਕਿ ਰਿਕਵਰੀ ਦੇ ਬਾਰੇ ਬਰੀਫ ਨਹੀਂ ਪੁਲਿਸ ਨੇ ਕੀਤਾ। ਅੱਜ ਦੱਸਣਗੇ ਕਿ ਆਖਿਰਕਾਰ ਕੀ ਰਿਕਵਰੀ ਹੋਈ ਹੈ, ਕਿੰਨੇ ਲੋਕ ਫੜੇ ਗਏ ਨੇ, ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਰੇਡ ਇਸ ਤਰ੍ਹਾਂ ਘਰਾਂ ਦੇ ਵਿੱਚ ਕਰਨੀ ਹੈ, ਮੁਹੱਲਿਆਂ ਦੇ ਵਿੱਚ ਕਰਨੀ ਹੈ, ਉਸ ਦੇ ਨਾਲ ਫਰਕ ਤਾਂ ਆਖਰ ਪੈਂਦਾ ਹੈ
ਔਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਗਲਤ ਅਨਸਰ ਨੇ, ਡਰੱਗਸ ਵੇਚਣ ਵਾਲੇ, ਨਸ਼ੇੜੀ ਨੇ ਜਾਂ ਨਸ਼ਾ ਕਰਨ ਵਾਲੇ ਨੇ, ਉਹ ਵੀ ਕਿਤੇ ਨਾ ਕਿਤੇ ਜਾ ਕੇ ਪੁਲਿਸ ਤੋਂ ਡਰਦੇ ਨਜ਼ਰ ਆ ਰਹੇ ਨੇ। ਤਾਂ ਕਰਕੇ ਜੇ ਇਸ ਤਰ੍ਹਾਂ ਦੀ ਰੇਡ ਆਉਣ ਵਾਲੇ ਟਾਈਮ 'ਚ ਹੋਣਗੀਆਂ ਤਾਂ ਨਸ਼ਾ ਜ਼ਾਹਿਰ ਤੌਰ ਤੇ ਖਤਮ ਹੋਣ ਦੇ ਵਿੱਚ ਕਾਫੀ ਸਹਾਇਕ ਇਹ ਰੇਡਾਂ ਹੋਣਗੀਆਂ। ਜੀ ਬਿਲਕੁਲ, ਸ਼ੁਕਰੀਆ ਫਿਲਹਾਲ ਸੂਰਜ ਪੂਰੀ ਜਾਣਕਾਰੀ ਦੇ ਲਈ। ਤਾਂ ਮੁਕਤਸਰ ਦੇ ਵਿੱਚ ਵੀ ਰੇਡ ਕੀਤੀ ਗਈ ਹੈ। ਮੁਕਤਸਰ ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਖਿਲਾਫ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਨਸ਼ੇ ਦੀ ਰੋਕਥਾਮ ਦੇ ਲਈ ਇਹ ਅਭਿਆਨ ਚਲਾਇਆ ਗਿਆ ਹੈ। ਮੁਕਤਸਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਨੇ ਰੇਡ ਕੀਤੀ ਹੈ। ਜਿੱਥੇ ਸ਼ੱਕੀ ਥਾਵਾਂ ਸੀ ਉੱਥੇ ਰੇਡ ਕੀਤੀ ਗਈ ਹੈ। ਚੋਰੀ ਦੇ ਕਈ ਵਾਹਨ ਵੀ ਪੁਲਿਸ ਨੇ ਬਰਾਮਦ ਕੀਤੇ ਨੇ। ਆਮ ਆਦਮੀ ਪਾਰਟੀ ਸਰਕਾਰ ਨੇ ਹੁਣ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਖਤਮ ਹੋਣ ਦਾ ਦਾਅਵਾ ਕੀਤਾ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਅੰਕੜੇ ਵੀ ਜਾਰੀ ਕੀਤੇ ਨੇ ਤੇ ਨਾਲ ਹੀ ਪੱਤਰਕਾਰਾਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਸਭ ਤੇ ਪੈਸਾ ਖਾਣ ਦੇ ਇਲਜ਼ਾਮ ਵੀ ਲਾਏ। ਮਾਈਨਿੰਗ, ਬੇਅਦਬੀ ਅਤੇ ਨਸ਼ੇ ਤੋਂ ਬਾਅਦ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਚੋਣਾਂ ਦੌਰਾਨ ਵੀ ਇਹ ਮੁੱਦਾ ਖੂਬ ਉੱਠਿਆ ਅਤੇ ਸਿਆਸਤ ਵੀ ਰੱਜ ਕੇ ਹੋਈ, ਪਰ ਹੁਣ ਪੰਜਾਬ 'ਚ ਆਪ ਸਰਕਾਰ ਬਣਦੇ ਹੀ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਨ ਦਾ ਦਾਅਵਾ ਹੋਇਆ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਹਰ ਰੋਜ਼ 35,000 ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ, ਜਿਹੜੀ ਕਿ ਹੁਣ 1 ਲੱਖ ਟਨ ਤੋਂ ਪਾਰ ਹੋ ਗਈ ਹੈ। ਜਿਹੜਾ ਲੀਗਲ ਮਾਈਨਿੰਗ ਹੈ ਉਸ ਦੇ ਵਿੱਚ ਭਾਰੀ ਇਜ਼ਾਫਾ ਹੋਇਆ। ਆ ਜਿਹੜੇ ਟੈਂਡਰ ਦਿੱਤੇ ਗਏ ਸੀ ਇਹ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੀ ਤੇ ਮਾਰਚ 2023 ਤੱਕ ਹੈ। ਉਹਨਾਂ ਹੀ ਠੇਕੇਦਾਰਾਂ, ਉਹਨਾਂ ਕੰਟਰੈਕਟਰਾਂ ਤੋਂ ਸ਼ਿਕੰਜਾ ਕੱਸ ਕੇ ਇਮਾਨਦਾਰੀ ਦੇ ਨਾਲ ਲੀਗਲ ਮਾਈਨਿੰਗ ਕਰਾਈ ਗਈ। ਤੇ ਮੈਂ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਪਿਛਲੇ ਸਾਲ ਸਿਰਫ 35,000 ਤੋਂ 40,000 ਮੈਟ੍ਰਿਕ ਟਨ ਡੇਲੀ ਐਵਰੇਜ ਐਕਸਟ੍ਰੈਕਸ਼ਨ ਹੁੰਦੀ ਸੀ, ਖੱਡਾਂ ਚੋਂ ਰੇਤਾ ਬਜਰੀ ਨਿਕਲਦਾ ਸੀ, ਜਦਕਿ ਅਸੀਂ 1 ਲੱਖ ਤੋਂ ਪਾਰ ਲੈ ਕੇ ਜਾ ਚੁੱਕੇ ਹਾਂ। ਕੱਲ ਪੰਜਾਬ ਦੇ ਵਿੱਚ 1,03,000 ਮੈਟ੍ਰਿਕ ਟਨ ਐਕਸਟ੍ਰੈਕਸ਼ਨ ਹੋਈ ਹੈ। ਮਾਈਨਿੰਗ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਸੀ, ਪਰ ਹੁਣ ਇਸ ਤੇ ਪੂਰੀ ਤਰ੍ਹਾਂ ਲਗਾਮ ਲੱਗੀ ਹੈ। ਮਾਈਨਿੰਗ ਮੰਤਰੀ ਨੇ ਕਈ ਤਰ੍ਹਾਂ ਦੇ ਅੰਕੜੇ ਵੀ ਲੋਕਾਂ ਅੱਗੇ ਪੇਸ਼ ਕੀਤੇ ਨੇ। ਪਿਛਲੇ ਸਾਲ ਮਈ ਮਹੀਨੇ 'ਚ ਸਿਰਫ 8 ਲੱਖ ਮੈਟ੍ਰਿਕ ਟਨ ਲੀਗਲ ਮਾਈਨਿੰਗ ਹੋਈ ਤੇ ਇਸ ਸਾਲ ਮਈ ਮਹੀਨੇ 'ਚ ਅਸੀਂ ਆਲਰੇਡੀ 18.5 ਲੱਖ ਮੈਟ੍ਰਿਕ ਟਨ ਪਾਰ ਕਰ ਚੁੱਕੇ ਹਾਂ, ਜੋ ਕਿ 2 ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੀਆਂ ਸਰਕਾਰਾਂ ਇਲੀਗਲ ਮਾਈਨਿੰਗ ਕਰਾਉਂਦੀਆਂ ਸੀ ਤੇ ਉਸ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਹੈ ਉਹਦੇ 'ਚ ਚੋਰੀ ਹੋਈ, ਇੱਕ ਮਾਫੀਆ ਚੱਲਦਾ ਸੀਗਾ। ਉਧਰ ਰੋਪੜ ਦੇ ਇੱਕ ਸਮਾਗਮ 'ਚ ਬੋਲਦਿਆਂ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਵਿਭਾਗ 'ਚ ਪਹਿਲਾਂ ਸਭ ਕੁਝ ਹਵਾ 'ਚ ਚੱਲਦਾ ਸੀ ਅਤੇ तमाम ਅਧਿਕਾਰੀਆਂ ਨੂੰ ਇਸ ਦਾ ਨਜਾਇਜ਼ ਮਾਈਨਿੰਗ 'ਚੋਂ ਹਿੱਸਾ ਜਾਂਦਾ ਸੀ। ਪਰ ਇੱਕ ਐਦਾਂ ਦਾ ਮਹਿਕਮਾ ਸੀ ਜਿੱਥੇ ਸਾਰਾ ਕੁਝ ਹੀ ਹਵਾ 'ਚ ਚੱਲਦਾ ਸੀ। ਐਦਾਂ ਦਾ ਮਹਿਕਮਾ ਸੀ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਪੱਤਰਕਾਰਾਂ ਤੋਂ ਲੈ ਕੇ ਹਾਰੇ ਜਿੱਤੇ ਐਮਐਲਏਆਂ ਤੋਂ ਲੈ ਕੇ ਐਸਐਚਓ, ਡੀਐਸਪੀ, ਐਸਐਸਪੀ, ਡੀਡੀਪੀ, ਮੰਤਰੀ, ਮੁੱਖ ਮੰਤਰੀ ਤੱਕ ਸਾਰੇ ਇਸ ਮਹਿਕਮੇ 'ਚੋਂ ਪੈਸਾ ਆਉਂਦੇ। ਪਿਛਲੀ ਸਰਕਾਰ ਸਮੇਂ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਵੱਡੀ ਪੱਧਰ ਤੇ ਉੱਠਿਆ। ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਆਪ ਨੇ ਕੈਪਟਨ ਸਰਕਾਰ ਅਤੇ ਫਿਰ ਚੰਨੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਰਾਣਾ ਗੁਰਜੀਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਕੈਪਟਨ ਨੇ ਖੁਦ ਹੈਲੀਕਾਪਟਰ ਰਾਹੀਂ ਰੇਕੀ ਕੀਤੀ, ਪਰ ਮਾਈਨਿੰਗ ਮਾਫੀਆ ਬੇਲਗਾਮ ਹੀ ਰਿਹਾ। ਰੋਪੜ ਤੋਂ ਅਵਤਾਰ ਸਿੰਘ, ਨਿਊਜ਼ 18 ਪੰਜਾਬ। ਡਰੱਗ ਕੇਸ 'ਚ ਮੁਲਜ਼ਮ ਜਗਦੀਸ਼ ਭੋਲਾ ਨੂੰ ਪਟਿਆਲਾ ਤੋਂ ਭੇਜਿਆ ਗਿਆ ਗੁਰਦਾਸਪੁਰ ਜੇਲ੍ਹ। ਭੋਲੇ ਕੋਲੋਂ ਮੋਬਾਈਲ ਤੇ ਸਿਮ ਬਰਾਮਦ ਹੋਣ ਤੇ ਕੀਤਾ ਗਿਆ ਸ਼ਿਫਟ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕੀਤਾ ਦਾਅਵਾ ਕਿ ਪੰਜਾਬ 'ਚ ਬੰਦ ਹੋਈ ਗੈਰ ਕਾਨੂੰਨੀ ਮਾਈਨਿੰਗ, ਰੇਤ ਮਾਫੀਆ ਤੇ ਲੱਗੀ ਪੂਰੀ ਤਰ੍ਹਾਂ ਲਗਾਮ। ਮਾਨ ਸਰਕਾਰ ਨੇ ਸੇਵਾ ਕੇਂਦਰਾਂ 'ਚ ਜੋੜੀਆਂ 100 ਤੋਂ ਵੱਧ ਨਵੀਆਂ ਸੇਵਾਵਾਂ। ਹੁਣ ਤੱਕ ਮਿਲਦੀਆਂ ਸਨ 380 ਸੇਵਾਵਾਂ। ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਐਲਾਨੇ ਆਪਣੇ 2 ਉਮੀਦਵਾਰ। ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬਣਾਇਆ ਉਮੀਦਵਾਰ। ਆਮ ਆਦਮੀ ਪਾਰਟੀ ਦੇ ਵੱਲੋਂ ਵਿਕਰਮਜੀਤ ਸਿੰਘ ਸਾਨੀ ਹੋਣਗੇ ਰਾਜ ਸਭਾ ਲਈ ਦੂਜੇ ਉਮੀਦਵਾਰ। ਸਾਨੀ ਨੂੰ ਸਮਾਜ ਸੇਵਾ ਲਈ ਮਿਲ ਚੁੱਕਾ ਹੈ ਪਦਮ ਸ਼੍ਰੀ ਅਵਾਰਡ। ਵਿਕਰਮਜੀਤ ਸਿੰਘ ਸਾਨੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ। ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੋਈ ਬੈਠਕ। ਦੋਹਾਂ ਰਾਜ ਸਭਾ ਉਮੀਦਵਾਰਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ਮਾਨ ਸਰਕਾਰ। ਕਿਹਾ 2 ਪਵਿੱਤਰ ਗਊਆਂ ਨੂੰ ਮੂਹਰੇ ਕਰਕੇ 5 ਰਾਜ ਸਭਾ ਸੀਟਾਂ ਨੂੰ ਕਰੋੜਾਂ ਬਦਲੇ ਵੇਚਣ ਦੇ ਮਾਮਲੇ ਤੇ ਪਰਦਾ ਪਾ ਰਹੀ ਹੈ ਆਮ ਆਦਮੀ ਪਾਰਟੀ। ਰਾਜ ਸਭਾ ਸੀਟਾਂ ਵਾਲੇ ਮਾਮਲੇ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ। ਸਮਾਜ ਸੇਵੀਆਂ ਨੂੰ ਪੋਲੀਟੀਕਲ ਹਾਊਸ ਜ਼ਰੀਏ ਚੁਣ ਕੇ ਆਮ ਆਦਮੀ ਪਾਰਟੀ ਨੇ ਸਮਾਜ ਸੇਵੀਆਂ ਦਾ ਦਾਇਰਾ ਕੀਤਾ ਸੀਮਤ।
ਲੁਧਿਆਣਾ 'ਚ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਮੀਟਿੰਗ। ਪੈਸਿਆਂ ਨੂੰ ਲੈ ਕੇ ਕਿਸਾਨ ਆਗੂ ਡੱਲੇਵਾਲ ਨੇ ਐਸਐਸਐਮ ਤੇ ਚੁੱਕੇ ਸਵਾਲ। ਕਿਹਾ ਦਿੱਲੀ ਮੋਰਚੇ ਦੌਰਾਨ ਇਕੱਠੇ ਹੋਏ ਸਾਰੇ ਪੈਸੇ ਐਸਐਸਐਮ ਕੋਲ ਹਨ। ਬਿਨਾਂ ਸੁਰੱਖਿਆ ਤੋਂ ਅੰਮ੍ਰਿਤਸਰ ਪਹੁੰਚੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ। ਪੰਜਾਬ ਸਰਕਾਰ ਦਾ ਤੰਜ ਭਰੇ ਲਹਿਜੇ 'ਚ ਕੀਤਾ ਧੰਨਵਾਦ। ਕਿਹਾ ਨਹੀਂ ਚਾਹੀਦੀ ਸਰਕਾਰ ਦੀ ਸੁਰੱਖਿਆ। ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਮੋੜੀ ਸਿਕਿਉਰਿਟੀ। ਗਿਆਨੀ ਰਘਬੀਰ ਸਿੰਘ ਨੇ ਪੁਲਿਸ ਦੇ ਸਾਰੇ ਸੁਰੱਖਿਆ ਮੁਲਾਜ਼ਮ ਕੀਤੇ ਵਾਪਸ। ਬੋਲੇ ਸਿਕਿਉਰਿਟੀ ਬਹਾਲ ਕਰਕੇ ਸਾਡੇ ਤੇ ਬਣਾਇਆ ਜਾ ਰਿਹਾ ਦਬਾਅ। ਸੁਰੱਖਿਆ 'ਚ ਕਟੌਤੀ ਨੂੰ ਲੈ ਕੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦਾ ਫੁੱਟਿਆ ਗੁੱਸਾ। ਬੋਲੇ ਮੇਰੇ ਤੇ ਕਈ ਵਾਰ ਹੋ ਚੁੱਕੇ ਨੇ ਹਮਲੇ, ਜੇ ਮੇਰਾ ਕੋਈ ਨੁਕਸਾਨ ਹੋਇਆ ਤਾਂ ਸੀਐਮ ਹੋਣਗੇ ਜ਼ਿੰਮੇਵਾਰ। ਬੀਜੇਪੀ ਆਗੂ ਫਤਿਹਜੰਗ ਬਾਜਵਾ ਦੀ ਸੁਰੱਖਿਆ ਹੋਈ ਬਹਾਲ। ਪੰਜਾਬ ਸਰਕਾਰ ਨੇ ਵਾਪਸ ਲਈ ਸੀ ਸੁਰੱਖਿਆ, ਪਰ ਕੁਝ ਹੀ ਸਮੇਂ ਬਾਅਦ ਕੀਤੀ ਬਹਾਲ। ਮਾਨ ਸਰਕਾਰ ਨੇ 424 ਵੀਆਈਪੀਜ਼ ਦੀ ਸੁਰੱਖਿਆ 'ਚ ਕੀਤੀ ਹੈ ਕਟੌਤੀ। ਕਈ ਮੌਜੂਦਾ ਤੇ ਸਾਬਕਾ ਵਿਧਾਇਕਾਂ ਤੇ ਪੁਲਿਸ ਅਫਸਰਾਂ ਦੀ ਸੁਰੱਖਿਆ ਵੀ ਘਟਾਈ। ਬਹਾਦਰਗੜ੍ਹ 'ਚ ਇਨੈਲੋ ਨੇਤਾ ਸੁਨੈਨਾ ਚੌਟਾਲਾ ਨੇ ਜਨ ਸਭਾ ਨੂੰ ਕੀਤਾ ਸੰਬੋਧਨ। ਕਿਹਾ ਭਾਜਪਾ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਲੁੱਟਣ ਦਾ ਕੀਤਾ ਕੰਮ। ਲੁਧਿਆਣਾ 'ਚ ਸਕਾਰਪੀਓ ਨੇ ਐਕਟਿਵਾ ਨੂੰ ਮਾਰੀ ਟੱਕਰ। ਗੰਭੀਰ ਰੂਪ ਨਾਲ ਜ਼ਖਮੀ ਹੋਈ ਮਹਿਲਾ ਹਸਪਤਾਲ 'ਚ ਕਰਵਾਇਆ ਗਿਆ ਦਾਖਲ। ਰਾਜਪੁਰਾ ਦੇ ਪਿੰਡ ਖਡੌਲੀ ਨੇੜੇ ਬੱਸ ਅਤੇ ਬਾਈਕ ਵਿਚਾਲੇ ਹੋਈ ਟੱਕਰ। ਹਾਦਸੇ ਦੇ ਵਿੱਚ 70 ਸਾਲਾ ਪਿਤਾ ਦੀ ਮੌਤ, ਬੇਟਾ ਹੋਇਆ ਜ਼ਖਮੀ। ਪਾਣੀਪਤ 'ਚ ਤੇਜ਼ ਰਫ਼ਤਾਰ ਟਰਾਲੇ ਨੇ ਬਾਈਕ ਨੂੰ ਮਾਰੀ ਟੱਕਰ। ਮਹਿਲਾ ਨੇ ਤੋੜਿਆ ਦਮ, ਭਰਾ ਦੀ ਟੁੱਟੀ ਲੱਤ। ਟਰਾਲਾ ਚਾਲਕ ਫਰਾਰ। ਡੱਬਵਾਲੀ ਦੇ ਪਿੰਡ ਲਖਵਾਣਾ 'ਚ ਗਊ ਦੇ ਮੂੰਹ 'ਚ ਹੋਇਆ ਧਮਾਕਾ। ਇਲਾਜ ਦੌਰਾਨ ਹਸਪਤਾਲ 'ਚ ਤੋੜਿਆ ਦਮ। ਜੰਗਲ 'ਚ ਪਿਆ ਸੀ ਧਮਾਕਾ ਖੇਜ਼ ਪਦਾਰਥ। ਰੇਵਾੜੀ 'ਚ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਫਾਹਾ ਲਗਾ ਕੇ ਦਿੱਤੀ ਜਾਨ। ਫਿਲੌਰ 'ਚ ਨਸ਼ੇ ਖਿਲਾਫ ਪੁਲਿਸ ਦਾ ਵੱਡਾ ਸਰਚ ਆਪਰੇਸ਼ਨ। ਗੰਨਾ ਪਿੰਡ 'ਚ ਕੀਤੀ ਗਈ ਚੈਕਿੰਗ, ਕਈ ਘਰਾਂ ਦੀ ਲਈ ਤਲਾਸ਼ੀ। ਗੰਨਾ ਪਿੰਡ ਤੋਂ ਨਸ਼ਾ ਤਸਕਰੀ ਦੇ ਕਈ ਮਾਮਲੇ ਆਏ ਨੇ ਸਾਹਮਣੇ। ਨਸ਼ੇ ਖਿਲਾਫ ਮੁਕਤਸਰ ਪੁਲਿਸ ਦਾ ਤਲਾਸ਼ੀ ਅਭਿਆਨ। ਵੱਖ-ਵੱਖ ਪਿੰਡਾਂ 'ਚ ਜਾ ਕੇ ਕੀਤੀ ਚੈਕਿੰਗ। ਪੁਲਿਸ ਦੀ ਵੱਡੀ ਟੀਮ ਨੂੰ ਨਾਲ ਲੈ ਕੇ ਪਿੰਡਾਂ 'ਚ ਕੀਤੀ ਜਾ ਰਹੀ ਗਸ਼ਤ। ਵਿਵਾਦ ਪੁਲਿਸ ਨੇ 13 ਘੰਟੇ 'ਚ ਛੁਡਵਾਇਆ ਅਗਵਾ ਕੀਤਾ ਬੱਚਾ। 3 ਮੁਲਜ਼ਮਾਂ ਨੂੰ ਕੀਤਾ ਕਾਬੂ, 1 ਫਰਾਰ। ਬੀਤੇ ਸ਼ੁੱਕਰਵਾਰ ਨੂੰ ਤਾਬੜੂ ਸ਼ਹਿਰ ਤੋਂ 10 ਸਾਲਾ ਬੱਚੇ ਨੂੰ ਕੀਤਾ ਗਿਆ ਸੀ ਅਗਵਾ। ਮੰਗੀ ਗਈ ਸੀ 25 ਲੱਖ ਫਿਰੌਤੀ। ਮਾਨਸਾ ਸੀਆਈਏ ਸਟਾਫ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ। 1 ਕਿਲੋ ਤੋਂ ਵੱਧ ਅਫੀਮ ਬਰਾਮਦ। 1 ਗੱਡੀ ਤੇ 2 ਲੱਖ ਰੁਪਏ ਵੀ ਮਿਲੇ। ਫਿਲੌਰ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ। ਕਰੀਬ 11 ਗ੍ਰਾਮ ਹੈਰੋਇਨ ਬਰਾਮਦ। ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ। ਲੁਧਿਆਣਾ 'ਚ ਐਸਟੀਐਫ ਨੇ 5.5 ਕਿਲੋ ਹੈਰੋਇਨ ਸਮੇਤ 3 ਨੂੰ ਕੀਤਾ ਕਾਬੂ। ਕਰੀਬ 33 ਕਰੋੜ ਰੁਪਏ ਦੱਸੀ ਜਾ ਰਹੀ ਕੀਮਤ। ਮੋਗਾ 'ਚ ਪੁਲਿਸ ਦਾ ਵੱਡਾ ਸਰਚ ਆਪਰੇਸ਼ਨ। ਨਸ਼ੇ ਨੂੰ ਲੈ ਕੇ ਸਾਦਾਵਾਲੀ ਬਸਤੀ ਦੇ ਘਰਾਂ ਦੀ ਲਈ ਤਲਾਸ਼ੀ। ਹਰਿਆਣਾ ਦੇ ਮੇਵਾਤ 'ਚ ਵਿਜੀਲੈਂਸ ਨੇ ਪਟਵਾਰੀ ਨੂੰ ਕੀਤਾ ਕਾਬੂ। 1500 ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ। ਅੰਮ੍ਰਿਤਸਰ ਦੀ ਫਤਿਹ ਸਿੰਘ ਕਾਲੋਨੀ 'ਚ ਇੱਕ ਘਰ 'ਚੋਂ 1,35,000 ਅਤੇ ਸੋਨੇ ਦੇ ਗਹਿਣੇ ਚੋਰੀ। ਘਟਨਾ ਸਮੇਂ ਕਿਤੇ ਗਿਆ ਹੋਇਆ ਸੀ ਸਾਰਾ ਪਰਿਵਾਰ। ਅੰਮ੍ਰਿਤਸਰ ਪੁਲਿਸ ਨੇ 4 ਵਾਹਨ ਚੋਰਾਂ ਨੂੰ ਕੀਤਾ ਗ੍ਰਿਫਤਾਰ। ਚੋਰੀ ਦੀਆਂ 9 ਐਕਟਿਵਾ ਅਤੇ 1 ਬਾਈਕ ਬਰਾਮਦ। ਕੈਥਲ ਪੁਲਿਸ ਨੇ ਹਨੀ ਟ੍ਰੈਪ ਦੇ ਮਾਮਲੇ 'ਚ 4 ਔਰਤਾਂ ਨੂੰ ਕੀਤਾ ਗ੍ਰਿਫਤਾਰ। ਇੱਕ ਵਿਅਕਤੀ ਨੂੰ ਬਲਾਤਕਾਰ ਦੇ ਕੇਸ 'ਚ ਫਸਾਉਣ ਦੀ ਧਮਕੀ ਦੇ ਕੇ ਮੰਗੇ ਸਨ 4 ਲੱਖ ਰੁਪਏ। ਕਰਨਾਲ 'ਚ ਸਿਹਤ ਵਿਭਾਗ ਦੀ ਟੀਮ ਨੇ ਇੱਕ ਸੈਂਟਰ ਦੇ ਵਿੱਚ ਲਿੰਗ ਜਾਂਚ ਦਾ ਕੀਤਾ ਪਰਦਾਫਾਸ਼। 2 ਦਲਾਲਾਂ ਸਮੇਤ ਇੱਕ ਗਾਰਡ ਨੂੰ ਕੀਤਾ ਕਾਬੂ। 14,000 ਰੁਪਏ ਵੀ ਬਰਾਮਦ। ਅਬੋਹਰ ਦੇ ਗੋਬਿੰਦ ਨਗਰੀ 'ਚ ਬਿਜਲੀ ਦੇ ਬਾਕਸ 'ਚ ਲੱਗੀ ਅੱਗ। ਘਰਾਂ ਦੀ ਬਿਜਲੀ ਜਾਣ ਕਰਕੇ ਲੋਕ ਹੋਏ ਪਰੇਸ਼ਾਨ। ਨਾਲਾਗੜ੍ਹ 'ਚ ਪੁਲਿਸ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ। ਕਿਹਾ ਲੋਕਾਂ ਦੇ ਨਾਲ ਖੜੇ ਹਾਂ, ਛੇਤੀ ਦੂਰ ਕਰਾਂਗੇ ਸਮੱਸਿਆਵਾਂ। ਫਜ਼ਿਲਕਾ 'ਚ ਅਨਾਜ ਮੰਡੀ ਆੜਤੀ ਐਸੋਸੀਏਸ਼ਨ ਨੇ ਇੱਕ ਸ਼ੈਲਰ ਮਾਲਕ ਦੇ ਖਿਲਾਫ ਕੀਤਾ ਪ੍ਰਦਰਸ਼ਨ। ਮਾਲ ਖਰੀਦ ਕੇ ਅਦਾਇਗੀ ਨਾ ਕਰਨ ਦਾ ਲਗਾਇਆ ਇਲਜ਼ਾਮ। ਬਰਨਾਲਾ 'ਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਕਰਮਚਾਰੀ ਸੰਘਰਸ਼ ਮੋਰਚੇ ਦਾ ਹੱਲਾ ਬੋਲ। ਡੀਸੀ ਦਫ਼ਤਰ ਤੋਂ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਤੱਕ ਕੱਢਿਆ ਰੋਸ ਮਾਰਚ। ਪਠਾਨਕੋਟ 'ਚ ਠੇਕਾ ਕਰਮਚਾਰੀ ਸੰਘਰਸ਼ ਮੋਰਚੇ ਨੇ ਕੀਤਾ ਪ੍ਰਦਰਸ਼ਨ। ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਰਿਹਾਇਸ਼ ਨੇੜੇ ਕੀਤੀ ਨਾਅਰੇਬਾਜ਼ੀ। ਹਿਮਾਚਲ ਦੇ ਮੰਡੀ 'ਚ ਨੌਜਵਾਨ ਸਭਾ ਨੇ ਕੀਤਾ ਪ੍ਰਦਰਸ਼ਨ। ਪੁਲਿਸ ਭਰਤੀ ਪੇਪਰ ਲੀਕ ਮਾਮਲੇ 'ਚ ਨਿਰਪੱਖ ਜਾਂਚ ਦੀ ਕੀਤੀ ਮੰਗ। ਰੋਪੜ 'ਚ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ ਪ੍ਰਦਰਸ਼ਨ। ਸੀਪੀਆਈ-ਐਮਐਲ ਨੇ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ। ਝੋਨੇ ਦੀ ਸਿੱਧੀ ਬਿਜਾਈ ਨੂੰ ਹੁਲਾਰਾ ਦੇਣ ਦੇ ਲਈ ਗੁਰਦਾਸਪੁਰ ਦੇ ਡੀਸੀ ਨੇ ਜ਼ਿਲ੍ਹੇ ਦੇ ਸਮੂਹ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ। ਬੋਲੇ ਆਪਸੀ ਸਹਿਯੋਗ ਨਾਲ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਕੀਤਾ ਜਾਵੇ ਉਤਸ਼ਾਹਿਤ। ਹਿਮਾਚਲ 'ਚ ਕਾਂਗੜਾ ਦੇ ਨਗਰੋਟ ਬਾਗਵਾਨ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤੀ ਪਰਿਵਰਤਨ ਯਾਤਰਾ। ਔਰਤਾਂ ਨੇ ਵੀ ਵੱਡੀ ਗਿਣਤੀ 'ਚ ਲਿਆ ਹਿੱਸਾ। ਪਾਰਟੀ ਦੇ ਦਫ਼ਤਰ ਦਾ ਵੀ ਕੀਤਾ ਸ਼ੁਰੂ। ਪਠਾਨਕੋਟ 'ਚ ਦਸਤ ਅਤੇ ਉਲਟੀਆਂ ਦੀ ਚਪੇਟ 'ਚ ਆ ਰਹੇ ਬੱਚੇ। ਡਾਕਟਰਾਂ ਮੁਤਾਬਕ ਗੰਦੇ ਪਾਣੀ ਕਾਰਨ ਬਿਮਾਰ ਹੋ ਰਹੇ ਲੋਕ। ਬਿਲਾਸਪੁਰ 'ਚ ਪਿੰਡ ਕਰੋੜ ਦੇ ਲੋਕਾਂ ਨੇ ਡੀਸੀ ਨਾਲ ਕੀਤੀ ਮੁਲਾਕਾਤ। ਬਰਸਾਤਾਂ ਤੋਂ ਪਹਿਲਾਂ ਸੜਕ ਬਣਾਉਣ ਦੀ ਮੰਗ। ਨਾਲਾਗੜ੍ਹ ਦੇ ਲੇਬਰ ਦਫ਼ਤਰ ਦੇ ਵਿੱਚ ਸਹੂਲਤਾਂ ਨਾ ਮਿਲਣ ਕਾਰਨ ਲੋਕ ਪਰੇਸ਼ਾਨ। ਵੱਡੀ ਗਿਣਤੀ 'ਚ ਔਰਤਾਂ ਸਮੇਤ ਮਜ਼ਦੂਰਾਂ ਨੇ ਜਤਾਇਆ ਰੋਸ।
ਮਾਨਸਾ ਦੇ ਪਿੰਡ ਟੂਟਿਆਂਵਾਲੀ ਦੇ ਗੁਰਦੁਆਰਾ ਸਾਹਿਬ 'ਚ ਰਖਵਾਇਆ ਸੁਖਮਨੀ ਸਾਹਿਬ ਦਾ ਪਾਠ। ਨਵਜੋਤ ਸਿੱਧੂ ਦੀ ਚੜ੍ਹਦੀ ਕਲਾ ਦੀ ਕੀਤੀ ਅਰਦਾਸ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਰਾਜਪੁਰਾ 'ਚ 500 ਮੈਗਾਵਾਟ ਇੰਟਰਕਨੈਕਟਿੰਗ ਟਰਾਂਸਫਾਰਮਰ ਦੀ ਕੀਤੀ ਸ਼ੁਰੂਆਤ। ਕਿਹਾ ਝੋਨੇ ਦੇ ਸੀਜ਼ਨ ਦੇ ਲਈ ਸਹਾਇਤਾ ਕਰੇਗਾ ਇਹ ਟਰਾਂਸਫਾਰਮਰ। शिमला ਦੇ ਰਿਜ ਮੈਦਾਨ ਤੇ 31 ਮਈ ਨੂੰ ਰੈਲੀ ਕਰਨਗੇ ਪ੍ਰਧਾਨ ਮੰਤਰੀ ਮੋਦੀ। ਭਾਜਪਾ ਨੇ ਚਲਾਈ ਸੱਦਾ ਮੁਹਿੰਮ, ਆਮ ਜਨਤਾ ਨੂੰ ਦਿੱਤੇ ਇਨਵੀਟੇਸ਼ਨ। ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਮੀਂਹ ਪੈਣ ਨਾਲ ਠੰਡਾ ਹੋਇਆ ਮੌਸਮ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ। ਰਾਜਪੁਰਾ 'ਚ ਵੀ ਬਦਲਿਆ ਮੌਸਮ, ਮੀਂਹ ਪੈਣ ਦੇ ਨਾਲ ਤਾਪਮਾਨ 'ਚ ਆਈ ਗਿਰਾਵਟ, ਲੋਕਾਂ ਨੇ ਲਿਆ ਸੁੱਖ ਦਾ ਸਾਹ। ਹੁਸ਼ਿਆਰਪੁਰ ਦੇ ਇੱਕ ਦਿਵਿਆਂਗ ਨੇ ਘਰ ਦੇ ਬਾਹਰ ਤਿਆਰ ਕੀਤਾ ਦੇਸੀ ਜਿਮ, ਲੋਕਾਂ ਨੂੰ ਦੇਸੀ ਤਰੀਕੇ ਨਾਲ ਫਿਟ ਰਹਿਣ ਦੀ ਦੇ ਰਿਹਾ ਸਿਖਲਾਈ। ਕੋਰੋਨਾ ਕਾਲ 'ਚ ਸਭ ਕੁਝ ਬੰਦ ਹੋਣ ਮੌਕੇ ਸ਼ੁਰੂ ਕੀਤਾ ਸੀ ਦੇਸੀ ਜਿਮ। ਡਰੱਗ ਕੇਸ ਦੇ ਮੁਲਜ਼ਮ ਜਗਦੀਸ਼ ਭੋਲਾ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ। 2 ਦਿਨ ਪਹਿਲਾਂ ਜੇਲ੍ਹ ਦੇ ਅੰਦਰ ਭੋਲੇ ਤੋਂ ਫੋਨ ਮਿਲਿਆ ਸੀ, ਮੋਬਾਈਲ ਤੇ ਸਿਮ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਇਹ ਸ਼ਿਫਟਿੰਗ ਕੀਤੀ ਗਈ ਹੈ। ਜਗਦੀਸ਼ ਭੋਲੇ ਦਾ ਨਵਾਂ ਟਿਕਾਣਾ ਹੁਣ ਗੁਰਦਾਸਪੁਰ ਜੇਲ੍ਹ ਹੈ। ਡਰੱਗ ਕੇਸ ਦੇ ਵਿੱਚ ਮੁਲਜ਼ਮ ਜਗਦੀਸ਼ ਭੋਲਾ ਨੂੰ ਪਟਿਆਲਾ ਤੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਮੋਬਾਈਲ ਫੋਨ ਬਰਾਮਦ ਹੋਇਆ ਸੀ, 2 ਦਿਨ ਪਹਿਲਾਂ ਭੋਲੇ ਤੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਇਹ ਸ਼ਿਫਟਿੰਗ ਕੀਤੀ ਗਈ ਹੈ। ਜਗਦੀਸ਼ ਭੋਲਾ ਨੂੰ ਹੁਣ ਗੁਰਦਾਸਪੁਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਡਰੱਗ ਕੇਸ ਦੇ ਵਿੱਚ ਮੁਲਜ਼ਮ ਜਗਦੀਸ਼ ਭੋਲਾ ਨੂੰ ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ। मनोज शर्मा साडे सहयोगी जिहड़े ने फोन लाइन दे उत्ते पटियाला तो। मनोज, की कुछ जानकारी तुहाडे कोले? शिफ्ट कर दिता गया है जगदीश भोला नूं गुरदासपुर जेल दे विच, लेकिन किते ना किते सवाल जरूर खड़े हुंदे ने। जेलां दे विचों फोन बरामद हुंदे ने ते ओह भी अजिहे वड्डे मुलजमां दे कोलों बरामदगियां होणीआं। जी बिल्कुल अर्शदीप, गल करिए तो अक्सर जिहड़ियां जेलां ने चर्चा दे विच रहिंदियां ने, ते असीं पटियाला दी जे गल करिए तां पटियाला दी ओह जेल है जिहदे विच कई नामी जिहड़े गैंगस्टर हैगे ने कि जगदीश भोला होया चाहे वह तस्करी के मामले दे विच दोषी ने, नशा तस्करी के मामले दे विच दोषी ने, ते कई गैंगस्टर इत्थे शामिल ने अर्शदीप, ते उन्हां दे कोलों लगातार फोन बरामद हुंदे रहिंदे ने, मोबाइल फोन। ਜਿਹੜਾ ਤਾਜ਼ਾ ਮਾਮਲਾ ਹੁਣ ਸ਼ਿਫਟ ਕੀਤਾ ਗਿਆ ਉਹਦੇ ਵਿੱਚ ਇਹੀ ਹੈ ਕਿ ਜੇਲ੍ਹ ਪ੍ਰਸ਼ਾਸਨ ਸਖਤ ਹੋਇਆ ਇਸ ਮਾਮਲੇ ਦੇ ਵਿੱਚ, ਕਿਉਂਕਿ ਜਿਹੜੇ ਹਰਜੋਤ ਦਾਸ ਜਦੋਂ ਆਏ ਸੀ ਤਾਂ ਉਹਨਾਂ ਦੀ ਮੌਜੂਦਗੀ ਤੋਂ ਬਾਅਦ ਤੇ ਜੇ ਥੋੜੇ ਸਮੇਂ ਦੀ ਗੱਲ ਕਰੀਏ ਤਾਂ ਪਟਿਆਲਾ ਜੇਲ੍ਹ ਦੇ ਵਿੱਚੋਂ ਹੀ 50 ਦੇ ਕਰੀਬ ਜਿਹੜੇ ਮੋਬਾਈਲ ਫੋਨ ਨੇ ਬਰਾਮਦ ਹੋਏ ਨੇ। ਤੇ 2 ਦਿਨ ਪਹਿਲਾਂ ਜਦੋਂ ਜਗਦੀਸ਼ ਭੋਲਾ ਤੇ ਫੋਨ ਬਰਾਮਦ ਹੋਇਆ ਤਾਂ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਜਗਦੀਸ਼ ਭੋਲਾ ਨੂੰ ਇੱਥੋਂ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਹੈਗਾ, ਜਿਹਦਾ ਸਿੱਧਾ ਸੰਕੇਤ ਇਹੀ ਹੈ ਕਿ ਜੇਲ੍ਹ ਮੰਤਰੀ ਨੇ, ਸਰਕਾਰ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਜੇਲ੍ਹਾਂ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਚੱਲਣਗੀਆਂ, ਪਹਿਲਾਂ ਦੀ ਤਰ੍ਹਾਂ ਅਪਰਾਧੀਆਂ ਨੂੰ ਖੁੱਲ੍ਹਾ ਨਹੀਂ ਹੋਣੀਆਂ, ਉਸੇ ਆਧਾਰ ਤੋਂ ਇੱਕ ਸੰਕੇਤ ਦੇਣ ਦੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਤੇ ਹੋਰ ਅੱਗੇ ਜਿਹੜੀ ਹੋਰ ਸਖਤੀ ਹੈਗੀ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਆਉਣੀ ਵੀ ਚਾਹੀਦੀ ਹੈ ਤੇ ਆ ਵੀ ਰਹੀ ਹੈ। ਸੋ ਸਾਫ਼ ਹੈ ਕਿ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਹੋਰ ਤੇਜ਼ੀ ਦੇ ਨਾਲ ਇਸ ਤਰ੍ਹਾਂ ਦੀ ਕਾਰਵਾਈ ਦੇ ਵਿੱਚ ਜੁਟ ਗਿਆ ਤੇ ਉਹੀ ਕਾਰਵਾਈ ਦਾ ਨਤੀਜਾ ਹੈਗਾ ਕਿ ਜਿਹੜੇ ਜਗਦੀਸ਼ ਭੋਲਾ ਹੈਗਾ ਉਸ ਨੂੰ ਪਟਿਆਲਾ ਦੀ ਜੇਲ੍ਹ ਤੋਂ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਹੋਰ ਲੋਕਾਂ ਦੇ ਉੱਪਰ ਵੀ ਨਜ਼ਰ ਰੱਖੀ ਜਾ ਰਹੀ ਹੈ। ਜੀ शुक्रिया मनोज पूरी जानकारी दे लई। तां जगदीश भोला नूं हुण गुरदासपुर दी जेल दे विच शिफ्ट कर दिता गया। पटियाला जेल दे विच बंद सी ते हुण इत्थों गुरदासपुर जेल भेज दिता गया है। मोबाइल फोन बरामद होया सी, 2 दिन पहला मोबाइल ते सिम कार्ड बरामद होया सी, जिस तो बाद इह शिफ्टिंग कीती गई है। उधर सुरक्षा वापसी तो बाद अकाल तख्त साहिब के जथेदार ज्ञानी हरप्रीत सिंह दे नाल कुछ निहंग सिंघां ने मुलाकात की। इस दौरान उन्होंने जथेदार की सुरक्षा करने की इच्छा जाहिर की। निहंग सिंघां ने कहा कि वह अपने शस्त्रां दे नाल उन्हां दी सुरक्षा करनगे। श्री अकाल तख्त साहिब के जथेदार ज्ञानी हरप्रीत सिंह दे नाल कुछ निहंग सिंघां ने मुलाकात की ते उन्हां दी सुरक्षा करने की इच्छा जाहिर की है। राजीव शर्मा साडे सहयोगी जुड़े ने फोन लाइन दे उत्ते। राजीव, की कुछ जानकारी तुहाडे कोल? जी बिल्कुल, 2 तस्वीरां बड़ियां अहम अज सवेरे जड़ियां ने सामने आईयां ने। एक तां अकाल तख्त साहिब के जथेदार ज्ञानी हरप्रीत सिंह नूं कुछ जिहड़े निहंग बाणे दे विच नौजवान ने वो मुलाकात करदे ने और उन्हां वल्लों ये पेशकश रखी जांदी है कि जो पंजाब पुलिस वल्लों सुरक्षा उन्हां नूं दित्ती गई सी, जिस नूं वापस लै लिया गया और उस तो बाद उस सुरक्षा लैण तों भी इनकार कर दिता गया सी। तो उन्होंने ये इच्छा जाहिर की है कि असीं जो अकाल तख्त साहिब के जथेदार की जिहड़ी सुरक्षा वो करना चाहुंदे हां।
ਤਾਂ ਇਸ ਤੋਂ ਇਲਾਵਾ ਗਿਆਨੀ ਰਘਬੀਰ ਸਿੰਘ ਜਿਨ੍ਹਾਂ ਦੀ ਸੁਰੱਖਿਆ ਕੱਲ ਵਾਪਸ ਲਈ ਗਈ ਸੀ, ਉਹਨਾਂ ਦੀ ਵੀ ਇੱਕ ਬੜੀ ਦਿਲਚਸਪ ਤਸਵੀਰ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਉਹਨਾਂ ਦੇ ਹੀ ਕਰੀਬੀਆਂ ਨੇ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਗਿਆਨੀ ਰਘਬੀਰ ਸਿੰਘ ਜੋ ਨੇ ਰਵਾਇਤੀ ਜਿਹੜੇ ਸ਼ਸਤਰ ਨੇ ਸ੍ਰੀ ਸਾਹਿਬ ਹੋਰ ਜਿਹੜੇ ਸ਼ਸਤਰਾਂ ਤੋਂ ਇਲਾਵਾ ਉਹ ਆਪਣੇ ਜਿਹੜੇ ਨਾਲ ਹੈ ਉਹ ਆਧੁਨਿਕ ਹਥਿਆਰ ਯਾਨੀ ਕਿ ਜਿਹੜੇ ਲਾਇਸੈਂਸੀ ਹਥਿਆਰ ਨੇ ਉਹ ਵੀ ਹੁਣ ਉਹਨਾਂ ਨੇ ਨਾਲ ਰੱਖਣੇ ਸ਼ੁਰੂ ਕਰ ਦਿੱਤੇ ਨੇ। ਤਾਂ ਇਹ ਅਸੀਂ ਕਹਿ ਸਕਦੇ ਕਿ ਆਉਣ ਵਾਲੇ, ਕਿਉਂਕਿ ਅੱਗੇ 6 ਜੂਨ ਨੂੰ ਜੋ ਘੱਲੂਘਾਰਾ ਦਿਵਸ ਆ ਰਿਹਾ ਉਸ ਨੂੰ ਲੈ ਕੇ ਜਿਸ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ, ਅਜਿਹੇ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਦੀ ਸੁਰੱਖਿਆ ਨੂੰ ਹਟਾਇਆ ਜਾਣਾ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਸਰਕਾਰ ਔਰ ਪੰਜਾਬ ਪੁਲਿਸ ਦੇ ਕੋਈ ਵੱਡੀ ਸਿਰਦਰਦੀ ਵੀ ਬਣ ਸਕਦਾ, ਪਰ ਸਾਫ਼ ਤੌਰ ਤੇ ਉਹਨਾਂ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਔਰ ਇਹ ਨੌਜਵਾਨ ਜਿਨ੍ਹਾਂ ਨੇ ਜੋ ਆਪਣੀ ਜਿਹੜੀ ਇੱਕ ਪੇਸ਼ਕਸ਼ ਰੱਖੀ ਹੈ ਉਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਘ ਸਾਹਿਬ ਕਬੂਲ ਕਰਦੇ ਨੇ ਜਾਂ ਕੀ, ਪਰ ਉਹਨਾਂ ਨੇ ਤਾਰੀਫ ਜ਼ਰੂਰ ਇਹਨਾਂ ਨੌਜਵਾਨਾਂ ਦੀ ਕੀਤੀ ਹੈ। ਜੀ ਕਿਤੇ ਨਾ ਕਿਤੇ ਜੋ ਗਿਆਨੀ ਰਘਬੀਰ ਸਿੰਘ ਨੇ, ਰਾਜੀਵ, ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਰਵਾਇਤੀ ਹਥਿਆਰਾਂ ਦੇ ਨਾਲ ਆਧੁਨਿਕ ਹਥਿਆਰ ਵੀ ਆਪਣੇ ਕੋਲ ਰੱਖਦੇ ਨਜ਼ਰ ਆ ਰਹੇ ਨੇ, ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਿਛਲੇ ਦਿਨੀ ਬਿਆਨ ਆਇਆ ਸੀ, ਕਿਤੇ ਨਾ ਕਿਤੇ ਉਸ ਬਿਆਨ ਦੇ ਉੱਤੇ ਅਮਲ ਨਜ਼ਰ ਆ ਰਿਹਾ ਹੈ। ਜੀ ਬਿਲਕੁਲ, ਉਹ ਜਿਹੜਾ ਬਿਆਨ ਸੀ ਉਹ ਤਾਂ ਇਸ ਕਰਕੇ ਦਿੱਤਾ ਗਿਆ ਸੀ ਕਿ ਜਿਸ ਤਰੀਕੇ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਹਾਲਾਤ ਬਣਦੇ ਜਾ ਰਹੇ ਨੇ ਤਾਂ ਹਰ ਕਿਸੇ ਨੂੰ ਜੋ ਹੈ ਆਪਣੀ ਸੁਰੱਖਿਆ ਖੁਦ ਕਰਨ ਦੀ ਲੋੜ ਹੈ, ਪਰ ਅਜਿਹੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜੇ ਸੁਰੱਖਿਆ ਕਰਮੀ ਦਿੱਤੇ ਸੀ ਉਹਨਾਂ ਨੂੰ ਵਾਪਸ ਲੈ ਲਿਆ ਜਾਂਦਾ, ਤਾਂ ਅਜਿਹੇ ਦੇ ਵਿੱਚ ਉਹਨਾਂ ਨੇ ਇਸ ਤਸਵੀਰ ਦੇ ਰਾਹੀਂ ਇੱਕ ਸੁਨੇਹਾ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਿਸੇ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ, ਬਲਕਿ ਅਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹਾਂ। ਤਾਂ ਇਹ ਇੱਕ ਸਰਕਾਰ ਨੂੰ ਕਰਾਰਾ ਜਵਾਬ ਜ਼ਰੂਰ ਹੈ ਉਹਨਾਂ ਵੱਲੋਂ, ਇਹ ਜਿਹੜੀ ਤਸਵੀਰ ਸਾਂਝੀ ਕਰਕੇ ਉਹਨਾਂ ਵੱਲੋਂ ਦਿੱਤਾ ਗਿਆ। ਜੀ ਬਿਲਕੁਲ, ਸ਼ੁਕਰੀਆ ਰਾਜੀਵ ਪੂਰੀ ਜਾਣਕਾਰੀ ਦੇ ਲਈ। ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਦੋਵਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਸਰਕਾਰੀ ਸੁਰੱਖਿਆ ਨਹੀਂ ਚਾਹੀਦੀ। ਦੋ ਤਸਵੀਰਾਂ ਸਾਹਮਣੇ ਆਈਆਂ ਨੇ, ਗਿਆਨੀ ਰਘਬੀਰ ਸਿੰਘ ਰਵਾਇਤੀ ਹਥਿਆਰਾਂ ਦੇ ਨਾਲ ਤੇ ਨਾਲ ਹੀ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਨਜ਼ਰ ਆ ਰਹੇ ਨੇ, ਤਾਂ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਨਿਹੰਗ ਸਿੰਘਾਂ ਨੇ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਜੋ ਹੈ ਉਹ ਲੈਣ ਦੀ ਇੱਛਾ ਜ਼ਾਹਰ ਕੀਤੀ ਹੈ ਕਿ ਅਸੀਂ ਜਥੇਦਾਰ ਦੀ ਸੁਰੱਖਿਆ ਕਰਾਂਗੇ।